जी बिस्मिल्लाहिर्रहमानिर्रहीम अस्सलाम वालेकुम रहमतुल्लाहि व बरकातुहू. Good morning, good afternoon, good evening, wherever you are. Keep smiling and keep moving. This is Naeem Mushtaq here, and today we are very blessed and honored to have Dr. Jarnail Singh Anand Saab from us from India. चंडीगढ़ तो ठीक है जी, इस तरह ही है ना. ਤੇ ਔਰ ਇਹ ਸਾਡਾ ਪ੍ਰੋਗਰਾਮ ਸਮਝ ਆ ਰਹੀ, ਮੈਂ ਅੰਗਰੇਜ਼ੀ ਬੋਲਣਾ, ਉਰਦੂ ਬੋਲਣਾ, ਪੰਜਾਬੀ ਬੋਲਣਾ. ਸਾਡਾ ਫਾਰਮੈਟ ਹੈ, ਦੇਖਣ ਵਾਲਿਆਂ ਨੂੰ ਮੈਂ ਸਿਰਫ ਦੱਸ ਦਿਆਂ ਕਿ ਅਪਨਾਈਅਤ ਵਾਲਾ ਪ੍ਰੋਗਰਾਮ ਹੈ. ਜਿਵੇਂ ਦੋ ਭਰਾ ਬੈਠ ਕੇ ਚਾਹ ਦੀ ਪਿਆਲੀ ਦੇ ਉੱਤੇ ਗੱਪਸ਼ਪ ਲਗਾਉਂਦੇ ਨੇ. ਤੇ ਜਦੋਂ ਮੇਰਾ ਕਨੈਕਟ ਹੋਇਆ ਮੈਂ ਡਾਕਟਰ ਜਰਨੈਲ ਸਾਹਿਬ ਨਾਲ, ਉਹ ਮੈਨੂੰ ਡਾਕਟਰ ਮਕਸੂਦ ਜਾਫਰੀ ਸਾਹਿਬ ਨੇ ਕਨੈਕਟ ਕਰਾਇਆ. ਅਗਰ ਤੇ ਉਹ ਸੁਣ ਰਹੇ ਨੇ ਤਾਂ ਉਹਨਾਂ ਦਾ ਬੇਹੱਦ ਸ਼ੁਕਰੀਆ. ਉਹਨਾਂ ਦਾ ਹਲਕਾ ਅਹਿਬਾਬ ਦਾ ਟੇਸਟ ਮੈਨੂੰ ਡਾਕਟਰ ਆਨੰਦ ਦੇ ਨਾਲ ਮਿਲ ਕੇ ਹੋਇਆ ਤਾਂ ਮਾਸ਼ਾਅੱਲਾ ਬੜਾ ਜ਼ਬਰਦਸਤ ਹੈ. ਪਰ ਤੁਸੀਂ ਅੱਜ ਦੇ ਇੰਟਰਵਿਊ ਦੇ ਵਿੱਚ ਡਾਕਟਰ ਆਨੰਦ ਨੂੰ ਜਦੋਂ ਸੁਣੋਗੇ ਤੇ ਬਹੁਤ ਤਬੀਅਤ ਖੁਸ਼ ਹੋਏਗੀ. ਕੱਲ ਇਹਨਾਂ ਦੀ ਵਰਕਸ਼ਾਪ ਸੀ ਸਪਿਰਿਚੁਅਲਿਜ਼ਮ ਦੇ ਉੱਤੇ, ਤੇ ਮੈਂ ਡਾਕਟਰ ਆਨੰਦ ਦੀ ਥੋੜੀ ਜਿਹੜੀ ਮੁਕੰਮਲ ਗੁਫ਼ਤਗੂ ਸੀ 25-20 ਮਿੰਟ ਦੀ ਕਾਨਫਰੰਸ ਪੇਪਰ ਜਿਹੜਾ ਉਹਨਾਂ ਨੇ ਪ੍ਰੈਜ਼ੈਂਟ ਕੀਤਾ ਸੀ, ਤੇ ਮੈਨੂੰ ਸੁਣ ਕੇ ਬਹੁਤ ਮਜ਼ਾ ਆਇਆ. ਫਿਰ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ, ਮੈਂ ਕਿਹਾ ਮੈਂ ਤੁਹਾਡਾ ਆਪਣੇ ਪ੍ਰੋਗਰਾਮ ਕਾਫੀ ਵਿਦ ਫਰੈਂਡਸ ਸੀਰੀਜ਼ ਦੇ ਵਿੱਚ ਤੁਹਾਡੇ ਨਾਲ ਗੱਪਸ਼ਪ ਲਾਣੀ ਹੈ. ਤੇ ਜਿਹੜੇ ਦੇਖਣ ਵਾਲੇ ਸਾਡੇ ਭੈਣ ਭਰਾ ਨੇ ਉਹਨਾਂ ਨੂੰ ਇਹ ਦੱਸਣਾ ਕਿ ਇਹ ਕਾਫੀ ਵਿਦ ਫਰੈਂਡ ਮੇਰੀ ਛੋਟੀ ਜੀ ਸੀਰੀਜ਼ ਇੰਟਰਵਿਊ ਦੀ, ਇਹਦੇ 'ਚ ਕੋਈ ਫਾਰਮੈਲਿਟੀ ਨਹੀਂ ਹੁੰਦੀ, ਨਾ ਕੋਈ ਸੰਜੀਦਗੀ ਇੰਨੀ ਹੁੰਦੀ ਹੈ. ਅਸੀਂ ਸਕਾਲਰਲੀ ਗੱਲਾਂ ਹੱਸ ਖੇਡ ਕੇ ਕਰ ਲੈਂਦੇ ਹਾਂ, ਤੇ ਇਹਦੇ 'ਚ ਦਿਲ ਲਗੀ ਵੀ ਹੁੰਦੀ ਹੈ, ਅਪਨਾਈਅਤ ਵੀ ਹੁੰਦੀ ਹੈ. ਤੇ ਉਸੇ ਅਪਨਾਈਅਤ ਦੇ ਨਾਲ ਡਾਕਟਰ ਆਨੰਦ ਨੂੰ ਮੈਂ ਪਹਿਲੇ ਪੇਸ਼ਗੀ ਇਜਾਜ਼ਤ ਲੈ ਲਈ. ਮੈਂ ਕਿਹਾ ਜਨਾਬ ਤੁਹਾਡੀ ਤਰਫੋਂ ਇਜਾਜ਼ਤ ਹੋਵੇ ਤੇ ਇਸ ਅਪਨਾਈਅਤ ਦੇ ਫਾਰਮੈਟ ਨੂੰ ਲੈ ਕੇ ਅਸੀਂ ਚੱਲੀਏ. ਤੇ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਮਿਹਰਬਾਨੀ, ਤੁਸੀਂ ਆਪਣਾ ਕੀਮਤੀ ਵਕਤ ਕੱਢਿਆ. ਤੇ ਮੈਂ ਕੰਪੈਰੀਜ਼ਨ ਕਰ ਰਿਹਾ ਸੀ ਤੁਹਾਡੇ ਫੁੱਲਾਂ ਦਾ ਤੁਹਾਡੇ ਨਾਲ, ਤੇ ਮੈਨੂੰ ਤੁਹਾਡੇ ਫੁੱਲ ਸ਼ਰਮਾ ਗਏ ਨੇ ਤੁਹਾਨੂੰ ਦੇਖ ਕੇ. ਤੇ ਸਭ ਤੋਂ ਪਹਿਲੇ ਤਾਂ ਇਹ ਦੱਸੋ ਨਾ, ਮੇਰੇ ਹਲਕਾ ਅਹਿਬਾਬ ਚ ਪਾਕਿਸਤਾਨ 'ਚ ਵੀ ਕਾਫੀ ਸਿੱਖ ਭਰਾ ਆਏ ਨੇ, ਦੋਸਤ ਆਏ ਨੇ. ਅਸੀਂ ਵਿਊਅਰਸ ਅਸੀਂ ਉਰਦੂ, ਹਿੰਦੀ, ਪੰਜਾਬੀ, ਅੰਗਰੇਜ਼ੀ ਜਿਵੇਂ ਜਿਵੇਂ ਕੋਈ ਚੱਲਦੀ ਜਾਏਗੀ ਜ਼ੁਬਾਨ ਚਲਾਉਂਦੇ ਜਾਵਾਂਗੇ. ਤੇ ਮੇਰੇ ਕਾਫੀ ਦੋਸਤ ਅਹਿਬਾਬ ਹੈ ਨੇ ਸਿੱਖ ਕਮਿਊਨਿਟੀ ਦੇ ਪਾਕਿਸਤਾਨ 'ਚ. ਡਾਕਟਰ ਕਲਿਆਣ ਸਿੰਘ ਨੇ ਜਿਹੜੇ ਪਾਕਿਸਤਾਨ ਦੇ ਪਹਿਲੇ PhD ਹੋਲਡਰ ਨੇ ਸਿੱਖ ਕਮਿਊਨਿਟੀ 'ਚੋਂ ਪਾਕਿਸਤਾਨ 'ਚੋਂ, ਉਹਨਾਂ ਨਾਲ ਵੀ ਅੱਛੀ ਗੁਫ਼ਤਗੂ ਹੈ, ਉਹਨਾਂ ਦਾ ਵੀ ਇੰਟਰਵਿਊ ਪੈਂਡਿੰਗ 'ਚ ਹੈ. ਤੇ ਜਿਹੜੀਆਂ ਗੱਲਾਂ ਮੈਂ ਉਹਨਾਂ ਨੂੰ ਪੁੱਛਣਾ ਉਹ ਮੈਂ ਤੁਹਾਨੂੰ ਵੀ ਪੁੱਛ ਲੈਣਾ ਕਿ ਸਭ ਤੋਂ ਪਹਿਲੇ ਤਾਂ ਅਸੀਂ ਕਹਿੰਦੇ ਨਾ ਸਤਿ ਸ੍ਰੀ ਅਕਾਲ. ਅੱਛਾ, ਹੁਣ ਇਹ ਜਿਹੜੀ ਗੁਫ਼ਤਗੂ ਹੈ ਨਾ, ਸਾਡੇ ਸੁਣਨ ਵਾਲੇ ਵੀ ਸਿੱਖ ਰਹੇ ਹੋਣਗੇ ਤੇ ਮੈਂ ਵੀ ਸਿੱਖ ਰਿਹਾ ਤੁਹਾਡੇ ਕੋਲੋਂ. ਤੇ ਅਸੀਂ ਬਸ ਆਪਸ 'ਚ ਅਪਨਾਈਅਤ ਦੇ ਵਿੱਚ ਸਮਝ ਲਓ ਅਸੀਂ ਇੱਕ ਕਾਫੀ ਸ਼ਾਪ 'ਚ ਬੈਠੇ ਹੋਏ ਹਾਂ. ਤੁਸੀਂ ਪਹਿਲੇ ਚਾਹ ਪੀ ਲਈ ਹੈ ਜਾਂ ਹੁਣ ਪੀਣੀ ਹੈ ਜਾਂ ਬਾਅਦ 'ਚ ਪੀ ਲੈਣਾ, ਤੇ ਮੈਂ ਇੰਟਰਵਿਊ ਤੋਂ ਬਾਅਦ ਪੀ ਲਾਂਗਾ. ਤੇ ਅਸੀਂ ਚਾਹ ਨਾਲ ਕਹਿੰਦੇ ਨਾ ਵਿਰਚੁਅਲੀ ਚਾਹ ਵੀ ਪੀਆਂਗੇ, ਨਾਲ ਗੱਪਾਂ ਵੀ ਮਾਰਾਂਗੇ. ਪਹਿਲੇ ਤਾਂ ਇਹ ਦੱਸੋ ਕਿ ਜਦੋਂ ਅਸੀਂ ਮੁਸਲਮਾਨ ਮਿਲਦੇ ਹਾਂ ਜਾਂ ਦੂਸਰੇ ਮਜ਼ਹਬ ਦੇ ਲੋਕ ਮਿਲਦੇ ਨੇ, ਆਪਣੀ ਉਹਨਾਂ ਦੀ ਗ੍ਰੀਟਿੰਗਸ ਹੁੰਦੀਆਂ, ਤੇ ਸਿੱਖ ਕਮਿਊਨਿਟੀ 'ਚ ਕਿਸ ਤਰ੍ਹਾਂ ਕਹਿੰਦੇ ਨੇ? ਸਤਿ ਸ੍ਰੀ ਅਕਾਲ ਹੱਥ ਬੰਨ ਕੇ ਸਤਿ ਸ੍ਰੀ ਅਕਾਲ ਕਿਹਾ ਜਾਂਦਾ ਜੀ. ਸਤਿ ਸ੍ਰੀ ਸਾਰੀ ਆਡੀਅנס ਨੂੰ ਵੀ ਸਤਿ ਸ੍ਰੀ ਅਕਾਲ. ਅੱਛਾ, ਤੇ ਪਹਿਲੇ ਤਾਂ ਮੈਨੂੰ ਇਹ ਸਮਝਾਓ ਨਾ ਇਹਦਾ ਮਤਲਬ ਕੀ ਹੈ, ਇਹਦੀ ਸਹੀ ਪ੍ਰੋਨਾਂਸੀਏਸ਼ਨ ਕੀ ਹੈ? ਇਹਦਾ ਸਤ ਮੀਨਸ ट्रू. रूह. अच्छा, ट्रू. श्री तो रिस्पेक्ट का वर्ड है. और अकाल मीन्स द डेथलेस. So the deathless God is truth, really truth. This is what. अच्छा, माशाल्लाह. ठीक है. अपने व्यूअर्स ਨੂੰ ਮੈਂ ਦੱਸਾਂਗਾ ਕਿ ਮੈਂ ਪਹਿਲੇ ਇਸ ਤੋਂ ਪਹਿਲੇ ਕਿ ਮੈਂ ਇਹ ਜਿਹੜਾ ਕੀ ਕਹਿੰਦੇ ਨੇ ਅਸੀਂ ਆਪਣਾ ਫਾਰਮੈਟ ਚਲਾਈਏ, ਮੈਂ ਡਾਕਟਰ ਸਾਹਿਬ ਦਾ ਥੋੜਾ ਜਿਹਾ ਤਾਰਫ ਤੁਹਾਨੂੰ ਕਰਾ ਦਿਆਂ. ਮੈਨੂੰ ਜਦੋਂ ਡਾਕਟਰ ਸਾਹਿਬ ਦਾ ਤਾਰਫ ਮਿਲਿਆ ਨਾ ਤੇ ਮੈਂ ਘਬਰਾ ਗਿਆ. ਮੈਂ ਕਿਹਾ ਹੁਣ ਮੈਂ ਜਾਂ ਤੇ ਪ੍ਰੋਗਰਾਮ 'ਚ ਇਹਨਾਂ ਦਾ ਤਾਰਫ ਪੜਾਂ ਜਾਂ ਇਹਨਾਂ ਨਾਲ ਗੱਲ ਕਰਾਂ. ਇੰਨਾ ਮਾਸ਼ਾਅੱਲਾ ਵਸੀ ਔਰ ਸ਼ਾਨਦਾਰ ਤਾਰਫ ਹੈ ਕਿ ਉਹਦੇ ਵਾਸਤੇ ਇੱਕ ਸੈਪਰੇਟ ਪ੍ਰੋਗਰਾਮ ਚਾਹੀਦਾ ਜਿਹਦੇ ਸਿਰਫ ਔਰ ਸਿਰਫ ਮੈਂ ਤਾਰਫ ਦੇ ਉੱਤੇ ਫੋਕਸ ਕਰਾਂ. ਬਟ ਫਿਰ ਵੀ ਮੈਂ ਥੋੜਾ ਬਹੁਤ ਤਾਰਫ ਕਰ ਦੇਣਾ ਕਿ ਮਾਸ਼ਾਅੱਲਾ 140 ਕਿਤਾਬਾਂ ਦੇ ਆਥਰ ਨੇ, ਔਰ ਇਹਨਾਂ ਦੀ PhD ਵੀ ਹੈ, MB ਵੀ ਹੈ, MBA भी है, और लीडिंग वर्ल्ड पोइट्स ने, शायर भी ने, स्कॉलर भी ने, फिलोसोफर भी ने, और ग्लोबल लिटरेरी आइकॉन डॉक्टर माजा हरमन सेकुलो. ये किस तरह बोलेंगे? डॉक्टर माजा हरमन माया. शी इज माया. ओके. माया हरमन सेकुलक. उन्होंने क्या है कि वन ऑफ द ग्रेटेस्ट फिलोसोफर अमंग पोइट्स and one of the greatest poets among philosophers. बड़ा खूबसूरत उन्होंने खराजे तहसीन उन्होंने पेश किया है. और इसी तरह डॉक्टर आनंद ने चेयरमैन ऑफ आज़ाद फाउंडेशन
and World Literature India and president of 4 World Poetry Conferences. He is former Secretary General World Union of Poets Italy. Dr. Anand Saab ji ਸਾਡੇ ਨਾਲ ਇਸ ਟਾਈਮ ਤੇ ਸ਼ਾਮਿਲ ਨੇ, ਉਹਨਾਂ ਦਾ ਥੋੜਾ ਜਿਹਾ ਤਾਰੁਫ। ਡਾਕਟਰ ਸਾਹਿਬ ਮੈਂ ਇਸ ਤਰ੍ਹਾਂ ਕਰਨਾ ਕਿ ਜਿੰਨਾ ਵੀ ਤੁਹਾਡਾ ਮੈਨੂੰ ਕੋਲ ਤਾਰੁਫ ਹੈ ਨਾ, ਇਸ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਮੈਂ ਪਾ ਦੇਣਾ, ताकि देखने वाले आराम दे नाल और मुतमईन होके सारा तारुफ पढ़ लें। मेरा ज्यादा फोकस रहेगा ताड़ी शख्सियत ताड़ी गुफ्तगू ते देखने वास्ते वही काफी होगी। पहले तो मैंने दसो ना, ताड़ा नाम बड़ा इंटरफेथ टाइप है, जरनैल भी हो, सिंह भी हो, आनंद भी हो, सिर्फ अल्लाह दिता नहीं नाल लाया, नहीं तो मुसलमान भी हो जाना। वैसे बड़ा यूनिक ना है ताड़ा और बड़ा माशाल्लाह बाहर हो गया। इनके पीछे की हिकमत है, की स्टोरी? एक्चुअली ये मेरा जेड़ा नाम है ये मैनू मेरे नाना जी ने दिता सी। अच्छा। और मेरे नानके है जेड़े वो आलमगीर पिंड विच है, जो कि लुधियाना दे कोल पैंदा है, वेरी इंपॉर्टेंट विलेज। अच्छा। क्योंकि बहुत बड़ा गुरुद्वारा है श्री गुरु गोबिंद सिंह जी दा। अच्छा, ठीक है। बड़े कमिटेड सिख सीगे। उन्होंने कहा सी भी ये फौजां दे विच जरनैल होएगा। दिस इज व्हाट गिव दिस नेम। ਤੁਸੀਂ ਆਪਣੀ ਫੀਲਡ ਦੇ ਜਰਨੈਲ ਹੋਏ ਹੋ ਫਿਰ? इट्स ऑल गॉड विलिंग। ਨਹੀਂ ਹੈ ਉਹ। ਮੈਂ ਕੱਲ ਤੁਹਾਡੀ ਪ੍ਰੈਜੈਂਟੇਸ਼ਨ ਸੁਣੀ ਔਰ ਮੈਂ ਤੁਹਾਡੇ ਜੁਮਲੇ ਜਿਹੜੇ ਸਨ ਨਾ, ਕੁਝ ਲੋਕ ਹੁੰਦੇ ਨੇ ਉਹ ਤਫਸੀਲ ਦੇ ਵਿੱਚ ਸਾਰੀ ਹਕੀਕਤ ਬਿਆਨ ਕਰਦੇ ਨੇ, ਕੁਝ ਲੋਕ ਹੁੰਦੇ ਨੇ ਉਹ ਸਾਰੀ ਤਫਸੀਲ ਨੂੰ ਨਾ ਇੱਕ ਜੁਮਲੇ ਵਿੱਚ ਸਮਰਾਈਜ਼ ਕਰਕੇ ਇੱਕ ਜੁਮਲਾ ਬੋਲਦੇ ਨੇ ਤੇ ਉਹਦੇ ਨਾਲ ਜ਼ਿਹਨ ਦੀ ਗਿਰਾ ਖੁੱਲ ਜਾਂਦੀ ਹੈ। ਤੇ ਇਹ ਫੈਜ਼ ਔਰ ਇਹ ਬਲੈਸਿੰਗ ਬੜੇ ਘੱਟ ਲੋਕਾਂ ਕੋ ਹੁੰਦੀ ਹੈ ਕਿ ਉਹ ਜੁਮਲੇ ਬੋਲ ਕੇ ਦੂਜਿਆਂ ਦੀ ਤਫਸੀਲ ਨੂੰ ਸਾਰੀ ਉਹਦੇ ਵਿੱਚ ਸਮੋ ਦੇਣ। ਉਹ ਕਹਿੰਦੇ ਨਾ ਸਮੁੰਦਰ ਨੂੰ ਕੂਜ਼ੇ 'ਚ ਬੰਦ ਕਰ ਦੇਣਾ। ਉਹ ਚੀਜ਼ ਕੱਲ ਮੈਂ ਤੁਹਾਡੀ ਪ੍ਰੈਜੈਂਟੇਸ਼ਨ 'ਚ ਨੋਟ ਕੀਤੀ ਕਿ ਇੱਕ ਜੁਮਲੇ ਤੋਂ ਬਾਅਦ ਜੁਮਲਾ, ਜੁਮਲੇ ਤੋਂ ਬਾਅਦ ਜੁਮਲਾ ਆਉਂਦਾ ਗਿਆ ਔਰ ਹਰ ਜੁਮਲਾ ਬਜ਼ਾਤੇ ਖੁਦ ਆਪਣੇ ਅੰਦਰ ਇੱਕ ਕਿਤਾਬ ਦੀ ਹੈਸੀਅਤ ਰੱਖਦਾ ਸੀ। ਤੇ ਮੈਂ ਹੈਰਾਨ ਔਰ ਪਰੇਸ਼ਾਨ, ਮੈਂ ਹੁਣ ਤੁਹਾਡੇ ਨਾਲ ਮਿਜ਼ਾਜ ਦੀ ਗੱਲ ਵੀ ਨਾਲ ਨਾਲ ਕਰਦਾ ਰਹਾਂਗਾ। तो मैं अखा बंद करके ताड़ी गुफ्तगू कल मैं सुना ना, तो मैं ज्यूम नहीं कर सकता कि सिख स्कॉलर ने, क्योंकि साढ़े यहाँ जिहड़ा एक पब्लिक इंप्रैशन है ना, हुण जिहड़ी सिख कम्यूनिटी पाकिस्तान दी जो इन्हां दे नाल करीब होके मिलो तो तुहानूं पता लगदा है कि ये जिहड़ा पब्लिक इंप्रैशन है वो होर चीज़ है। दे आर हाईली इंटलैक्चुअल और हाईली स्पिरिचुअल। मेरे जिन्ने भी इत्थे सिख दोस्त भरा ने जो उन्हां नाल गल्लां करी दियां ते वो महसूस नहीं होंदा, वो लगदा है कि जिहड़ी बाबा गुरु नानक दी तालीमात ने बजाते खुद इस तरह दियां ने कि अपने हर फॉलोवर नूं वो इस डेप्थ दे विच उतार लैंदे ने। ते तुसीं ये दसो कि यानी एक जनरल जिहा सवाल है कि अगर मैं ताड़ी विजडम नू फोकस करके पूछा कि ताड़े अंदर ये सारी चीज़ां तजर्बे तो आईयां ने या किसी दे नाल रूहानी लिंक ताड़ा एस्टैब्लिश होया तो उन्हें ट्रांसफर किया है सारा विजडम ताड़े अंदर? बेसिकली मैं शुरू तो सिख इतिहास पढ़ता रहा, क्योंकि साडी फैमिली सिख धर्म नूं बिलोंग करदी है। सारिया डिटेल दे विच सारा कुछ मैं पढ़िया होया। उस तो बाद पंजाबी लिटरेचर पढ़िया, जिहदे मैं जिहड़ा सूफी साहित्य है, गुरबाणी है, भगती दा जिहड़ा सारा साहित्य है वो पढ़िया, बाबा फरीद पढ़िया इन्हों। और इस तो इलावा जो मैं PhD की तब मैं वॉल्ट विटमैन पढ़िया और इस पासे लिजान वाली जिहड़ियां किताबां सानू 9th क्लास दे विच पढ़ाईयां गईयां। 9वीं क्लास दे विच मैं पैगंबर पढ़ी, खलील जिब्रान की किताब। ठीक है। और इन्हां किताबां दा इस तरह ही कुछ रशियन लिटरेचर पढ़िया, जिस तरह गोरकी दी माँ किताब सी ट्रांसलेटेड फॉर, क्योंकि भी उस वेले बहुत यंग सीगे। तो ये सारे कुछ दा एक मिलावट जिहड़ी है असर, ब्लेंडेड असर है मेरी थॉट दे उत्ते। जो ते इनू तुहाडे अपने जिहड़ा एक मजहब है, जिहड़े बाबा गुरु नानक दीयां तालीमात ने, उस तो बाद फिर जिहड़े सिख लीडरशिप आई है तारीख दे विच, उन्हां दे विच जदों तुसीं उन्हां नूं पढ़िया होएगा और अगे डेवलप होए होगे ते उनदा की असर रहा, कंबीनेशन किस तरह रहा बाकी तालीमात दे नाल? देखो इस तरह है, मेरा जिहड़ा थॉट प्रोसेस है या मेरी जिहड़ी एजुकेशन सी, मैं MA की, PhD की, उत्थे तक मैं वॉल्ट विटमैन वगैरह नाल आई वाज इंप्रेस्ड बाय देम।
their personality, their thought. So ਉਸ ਤੋਂ ਬਾਅਦ ਮੇਰਾ ਟੀਚਿੰਗ ਦਾ ਕੈਰੀਅਰ ਸ਼ੁਰੂ ਹੁੰਦਾ ਹੈ which spans almost 40 years. ਵਾਹ, ਠੀਕ ਹੈ। तो ਉਸ ਦੇ ਦੌਰਾਨ ਮੈਂ ਜ਼ਿਆਦਾ ਫੋਕਸ ਆਪਣੇ ਕ੍ਰੀਏਟਿਵ ਵਰਕ ਤੇ ਰੱਖਿਆ। तो ਮੈਂ ਮਤਲਬ ਇਸ ਪੋਲਿਟਿਕਸ ਦੀ ਸਾਈਡ ਤੇ ਜਾਂ ਜਿਹੜੀ ਲੀਡਰਸ਼ਿਪ ਦੇ ਜਿਹੜੇ ਇਨਸ ਐਂਡ ਆਊਟਸ ਹੈਗੇ ਆ ਜੀ ਜੀ, ਇਹਨਾਂ ਚੀਜ਼ਾਂ ਨਾਲ ਜ਼ਿਆਦਾ ਤਾਲੁਕਾਤ ਆਪਣਾ ਨਹੀਂ ਰੱਖਿਆ। ਸੋ ਜ਼ਿੰਦਗੀ ਜਿਵੇਂ ਪੰਜਾਬ ਦੇ ਵਿੱਚ ਚੱਲਦੀ ਸੀ, ਜਿਵੇਂ ਸ਼੍ਰੋਮਣੀ ਅਕਾਲੀ ਦਲ ਸੀ ਚੱਲਦਾ ਰਿਹਾ, ਇਹ ਆਪਦੇ ਫਲੋ 'ਚ ਚੀਜ਼ਾਂ ਚੱਲਦੀਆਂ ਰਹੀਆਂ। ਕਿਉਂਕਿ I came from a very poor background, so I had to struggle very hard in the initial stages of my life, particularly ਜਦੋਂ ਮੈਂ BA ਕਰ ਰਿਹਾ ਸੀ ਜੀ ਜੀ, ਤਾਂ ਮੈਂ ਲੁਧਿਆਣੇ ਦੇ ਗਵਰਨਮੈਂਟ ਕਾਲਜ 'ਚ ਪੜ੍ਹਦਾ ਸੀ। ਉਸ ਵੇਲੇ ਈਵਨਿੰਗ ਕਾਲਜ 'ਚ ਪੜ੍ਹਦਾ ਸੀ ਔਰ ਦਿਨੇ ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ 'ਚ ਕੰਮ ਕਰਦਾ ਸੀ। ਉਹ ਸਮਾਂ ਮੇਰੇ ਲਈ ਬਹੁਤ ਹੀ ਟਫ ਸੀਗਾ। ਸਾਰਾ ਦਿਨ ਕਰਨਾ, ਰਾਤ ਨੂੰ ਪੜ੍ਹਨਾ, ਰਾਤ ਦੇ 12-1-2 ਵਜੇ ਤੱਕ। ਸੋ ਇਟ ਵਾਜ਼ ਅ ਪੀਰੀਅਡ ਆਫ ਸਟਰਗਲ। ਔਰ ਉਸ ਵੇਲੇ ਜਿਹੜਾ ਲੀਡਰਸ਼ਿਪ ਦਾ ਕੰਮ ਸੀ, ਕਿਵੇਂ ਚੱਲਦਾ ਕਿਵੇਂ ਨਹੀਂ ਚੱਲਦਾ, ਇੰਨੀ ਕੌਨਸ਼ੀਅਸਨੈਸ ਵੀ ਹੈ ਨਹੀਂ ਸੀ। ਉਸ ਵੇਲੇ ਤਾਂ ਇਹ ਸੀ ਪੜ੍ਹੋ, ਅਕੰਪਲਿਸ਼ ਸਮਥਿੰਗ ਐਂਡ ਗੈਟ ਸਮ ਗੁੱਡ ਜੌਬ। ਔਰ ਜੌਬ ਦੇ ਬਾਰੇ ਹੀ ਸੀਗਾ ਕਿ ਮੈਨੂੰ ਮਨ 'ਚ ਸੀ ਕਿ ਮੈਂ ਲੈਕਚਰਰ ਬਣਾ ਇੰਗਲਿਸ਼ ਦੀ ਡਿਪਾਰਟਮੈਂਟ। ਸੋ ਮੈਂ MA ਇੰਗਲਿਸ਼ ਕੀਤੀ ਔਰ ਉਸ ਤੋਂ ਬਾਅਦ ਲੱਕੀਲੀ 55% ਨੰਬਰ ਆਏ ਤੇ ਮੈਨੂੰ ਬਹੁਤ ਜਲਦੀ ਜੌਬ ਵੀ ਮਿਲ ਗਈ। ਅੱਛਾ ਮਾਸ਼, ਉਹ ਸਿਲਸਿਲਾ ਜੌਬ ਦਾ ਹੁਣ ਮੈਂ 2015 'ਚ ਆ ਕੇ ਰਿਟਾਇਰ ਹੋਇਆ। ਅੱਛਾ ਠੀਕ ਹੈ। 60 ਔਰ ਫਰੋਮ ਏ DAV ਕਾਲਜ। ਔਰ ਉੱਥੇ ਉਸ ਤੋਂ ਬਾਅਦ ਵੀ ਮੈਂ 1-2 ਥਾਵਾਂ ਦੇ ਉੱਤੇ, ਜਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਦਾ ਕਾਲਜ ਸੀ, ਉੱਥੇ ਵੀ ਸਾਲ ਲਾਇਆ। ਇਸ ਤਰ੍ਹਾਂ ਇੱਕ ਹੋਰ ਕਾਲਜ ਐਜ਼ ਡਾਇਰੈਕਟਰ ਲਾਇਆ। ਸੋ ਮੈਂ ਮਤਲਬ ਲਿਟਰੇਰੀ ਜਿਹੜੀ ਹਿਸਟਰੀ ਹੈ ਇਹਦੇ ਨਾਲ ਹੀ ਜ਼ਿਆਦਾ ਜੁੜਿਆ ਰਿਹਾ। ਇਸ ਪਾਸੇ ਪੋਲਿਟਿਕਸ 'ਚ ਮੈਡਲ ਨਹੀਂ ਕੀਤਾ। ਪਰ ਅਸੀਂ ਇਹ ਦੇਖ ਰਹੇ ਹਾਂ ਕਿ ਜਿਹੜਾ ਫਲੋ ਆਫ ਲਾਈਫ ਹੈ, particularly in politics, it is going towards degeneration. ਔਰ ਜੋ ਅੱਜ ਤੋਂ 50 ਸਾਲ ਪਹਿਲਾਂ ਸੀ, ਜਿਸ ਤਰ੍ਹਾਂ ਦੀ ਪੋਲੀਟੀਕਲ ਲਾਈਫ ਸੀ, ਜਿਸ ਤਰ੍ਹਾਂ ਦੇ ਪੋਲੀਟੀਸ਼ੀਅਨ ਸੀ, ਜਿਸ ਤਰ੍ਹਾਂ ਦੇ ਸਟੇਟਸਮੈਨ ਸੀਗੇ, ਉਸ ਤੋਂ ਬਾਅਦ there is a sharp decline in political. ਸੋ ਇਹਨਾਂ ਚੀਜ਼ਾਂ ਦਾ ਜਿਹੜਾ ਇੰਪੈਕਟ ਹੈ ਉਹ ਅਸੀਂ ਦੇਖ ਹੀ ਰਹੇ ਹਾਂ ਕਿ ਬਹੁਤ ਸਾਰੇ ਮਤਲਬ ਜਿਹੜਾ ਐਜੂਕੇਸ਼ਨ ਦੇ ਵਿੱਚ ਡਿਜ਼ਾਸਟਰ ਕੰਡੀਸ਼ਨਸ ਪੈਦਾ ਹੋਈਆਂ ਜੀ ਜੀ ਗਵਰਨਮੈਂਟ ਦੇ ਲੈਵਲ ਤੇ ਹੋਈਆਂ। ਸੋ ਥੀਸ ਥਿੰਗਸ ਡੂ ਇੰਪੈਕਟ ਡਾਇਰੈਕਟਲੀ। ਜੀ ਜੀ, ਪਰ ਇਟ ਵਾਜ਼ ਆਵਰ ਜੌਬ ਕਿ ਅਸੀਂ ਆਪਦਾ ਪੜ੍ਹਦੇ ਲਿਖਦੇ ਰਹੀਏ। ਔਰ ਤੁਸੀਂ ਦੇਖੋਗੇ ਕਿ ਮੈਂ ਇਹ ਜ਼ਰੂਰ ਮਹਿਸੂਸ ਕਰਦਾ ਰਿਹਾ ਕਿ ਡੈਮੋਕ੍ਰੈਟਿਕ ਸਿਸਟਮ ਹੈ ਜਿਹੜਾ ਆਪਣਾ, ਮਤਲਬ ਇਟ ਵਾਜ਼ ਨਾਟ ਐਨੀ ਐਕਟਿਵ ਪਾਰਟਿਸਿਪੇਸ਼ਨ, ਜਸਟ ਰਿਸੈਪਟਰਸ ਰਿਐਕਸ਼ਨਸ ਨਹੀਂ ਚੱਲ ਰਿਹਾ। ਅਸੀਂ ਇਹ ਦੇਖਦੇ ਹਾਂ ਕਿ ਡੈਮੋਕ੍ਰੇਸੀ ਦਾ ਜੋ ਕਨਸੈਪਟ ਹੈ ਇਹ ਰੂਸੋ ਵਗੈਰਾ ਦੇ ਥਾਟਸ ਵਿੱਚੋਂ ਨਿਕਲਿਆ ਸੀ। ਜੀ ਠੀਕ ਹੈ। Essentially it came out of the mind of the intellectuals. ਉਸ ਤੋਂ ਬਾਅਦ was given a real shape by the people. ਔਰ ਅੱਜ ਤੱਕ ਮੈਂ ਦੇਖ ਰਿਹਾ ਕਿ ਕੋਈ ਵੀ better system ਨਹੀਂ ਮਿਲਿਆ ਸਾਨੂੰ। What I think is that ਹਰ ਇੱਕ ਸਿਸਟਮ ਹੈ ਜਿਹੜਾ after some time it develops, some chinks. ਉਹ ਜਿਸ ਤਰ੍ਹਾਂ ਜਦੋਂ ਵੀ ਆਪਾਂ ਕੋਈ ਇੰਡਸਟਰੀ ਲਗਾਉਂਦੇ ਹਾਂ ਨਾ ਡਾਕਟਰ ਸਾਹਿਬ, ਜੀ ਜੀ, ਇੱਕ ਰਿਸਰਚ ਐਂਡ ਡਿਵੈਲਪਮੈਂਟ ਵਿੰਗ ਹੁੰਦਾ R&D। ਹਾਂ ਬਿਲਕੁਲ ਠੀਕ ਹੈ। ਉਹਦਾ ਮਤਲਬ ਇਹ ਹੁੰਦਾ ਕਿ ਕੋਈ ਵੀ ਪ੍ਰੋਡਕਟ ਬਣ ਰਿਹਾ, how to improve, ਉਹਦੇ ਤੇ ਵਰਕ ਚੱਲਦਾ ਹੈ। ਸੋ ਇਸ ਤਰ੍ਹਾਂ ਹੀ ਮੈਂ ਸਮਝ ਰਿਹਾ ਕਿ ਦੁਨੀਆ ਨੇ ਡੈਮੋਕ੍ਰੈਟਿਕ ਐਕਸਪੈਰੀਮੈਂਟ ਨੂੰ ਐਕਸੈਪਟ ਕਰ ਲਿਆ, ਲੇਕਿਨ ਕਿਸੇ ਨੇ ਵੀ ਅੱਜ ਤੱਕ ਇਹ ਨਹੀਂ ਸੋਚਿਆ what is post democratic truth. This is what we call post truth. तो डेमोक्रेसी की है, डेमोक्रेसी ਦਾ ਅੱਜ ਦਾ ਜੋ ਹਾਲ ਹੈ, it is in a very bad state, it is in a bad taste. Exactly. So the basic concept that it is the governance of the people, I don't find it anywhere that the people are ruling. Exactly. The rest of that truth. So as a human being, and I always thought that there should be something. I wrote this. If you can do, can you? Heart, I can see that. Heart talk. Heart talk. This is a sort of a
work on political theory, where I Ah, wish that lovely. there should be some experimentation so that people are not able to, exploit Exactly. the faith of the people who give them a mandate. So it needs a detailed discussion. It can be taken up at some other level also. ਮਗਰ ਉਹ ਜਿਹੜੀ ਥੋੜੀ ਜੀ ਵੀ ਤੁਸੀਂ ਡਿਸਕਸ਼ਨ ਕੀਤੀ ਹੈ ਇਹਦੇ ਤੋਂ ਜਿਹੜਾ ਇੱਕ ਵਿਜ਼ਨ ਔਰ ਇੱਕ ਕਹਿੰਦੇ ਪਰਸੈਪਸ਼ਨ ਜਿਹੜਾ ਜਨਰੇਟ ਹੁੰਦਾ ਹੈ ਉਹ ਕਈ ਲੋਕਾਂ ਦੇ ਜ਼ਿਹਨ ਚ ਅਜੇ ਤੱਕ ਸਵਾਲ ਹੀ ਨਹੀਂ ਆਇਆ, ਉਹਨਾਂ ਨੇ ਸਮਝਿਆ ਦਿਸ ਇਜ਼ ਦ ਬੈਸਟ, ਬਟ ਐਸ ਬੈਸਟ ਨੂੰ ਅਪਗ੍ਰੇਡ ਕਿਵੇਂ ਕਰਨਾ ਹੈ ਇਹ ਇੱਧਰ ਧਿਆਨ ਹੀ ਕਦੀ ਨਹੀਂ ਗਿਆ ਕਿਸੇ ਦਾ ਨਾ। ਤੇ ਮੇਰੇ ਖਿਆਲ ਚ ਤੁਹਾਡਾ ਜਿਹੜਾ ਥੋੜਾ ਜਿਹਾ ਮੁਕਤਸਰ ਜਿਹੜੀ ਮੈਂ ਸ਼ੁਰੂ ਚ ਗੱਲ ਕੀਤੀ ਸੀ ਨਾ, ਤੁਸੀਂ ਮੁਕਤਸਰ ਗੱਲਾਂ ਦੇ ਵਿੱਚ ਪੂਰਾ ਇੱਕ ਸਮੁੰਦਰ ਬੰਦ ਕਰ ਦਿੰਦੇ ਹੋ ਤੇ ਉਹ ਮਾਸ਼ਾਅੱਲਾ ਤੁਸੀਂ ਥੋੜਾ ਜਿਹਾ ਨਮੂਨਾ ਦਿਖਾਇਆ। ਤੁਸੀਂ ਮਾਸ਼ਾਅੱਲਾ ਪੋਇਟਰੀ ਦੀ ਤਰਫ ਵੀ ਉਹ ਪੋਇਟ ਵੀ ਹੋ ਤੁਸੀਂ, ਤੇ ਐਡਾ ਇੰਟੈਲੈਕਚੁਅਲ ਬੰਦਾ ਤੇ ਨਸਰ ਦੇ ਵਿੱਚ ਪੋਇਟਰੀ ਕਰਦਾ ਹੈ, ਤੁਸੀਂ ਪੋਇਟਰੀ ਦੇ ਵਿੱਚ ਪੋਇਟਰੀ ਕਿਸ ਤਰ੍ਹਾਂ ਸ਼ੁਰੂ ਕੀਤੀ? ਇਹ ਐਕਚੁਅਲੀ ਬਹੁਤ ਜਲਦੀ ਵੈਨ ਆਈ ਵਾਜ਼ ਇਨ 9th ਸਟੈਂਡਰਡ, ਉਸ ਵੇਲੇ ਹੀ ਮੇਰਾ ਜਦੋਂ ਸਾਨੂੰ ਕਿਤਾਬਾਂ ਬਾਹਰਲੀਆਂ ਪੜ੍ਹਾਈਆਂ ਗਈਆਂ, ਲਿਟਰੇਚਰ ਪੜ੍ਹਾਇਆ ਗਿਆ, ਜਿਸ ਤਰ੍ਹਾਂ ਅਸੀਂ ਨਾਨਕ ਸਿੰਘ ਹੋਰਾਂ ਨੂੰ ਪੜ੍ਹਿਆ, ਜਸਵੰਤ ਸਿੰਘ ਕਬਰ ਨੂੰ ਪੜ੍ਹਿਆ, ਗੋਰਖੀ ਨੂੰ ਪੜ੍ਹਿਆ, ਉਸੇ ਵੇਲੇ ਹੀ ਸਾਡੇ ਮਨ ਦੇ ਵਿੱਚ ਇੱਕ ਕ੍ਰੀਏਟਿਵ ਥਾਟਸ ਸੀਗੇ ਜਿਹੜੇ ਆਣੇ ਸ਼ੁਰੂ ਹੋ ਗਏ ਸੀਗੇ। ਉਸ ਵੇਲੇ ਮੈਂ ਇੱਕ ਛੋਟਾ ਜਿਹਾ ਨੋਵਲ ਵੀ ਲਿਖਿਆ ਸੀ। ਅੱਛਾ। ਬਾਕੀ ਇਹ ਜਿਹੜਾ ਪੰਜਾਬੀ, ਹਿੰਦੀ ਔਰ ਇੰਗਲਿਸ਼, ਮੈਂ ਤਿੰਨੇ ਭਾਸ਼ਾਵਾਂ ਦੇ ਵਿੱਚ ਲਿਖ ਲੈਣਾ। ਹਿੰਦੀ 'ਚ ਥੋੜਾ ਜਿਹਾ ਘੱਟ ਫਲੋ ਹੈ, ਪੰਜਾਬੀ ਤਾਂ ਮੇਰੀ ਮਦਰ ਟੰਗ ਹੈਗੀ ਆ। ਮੈਂ ਤੁਹਾਡੇ ਨਾਲ ਇੱਕ ਲਾਈਨ ਵੀ ਸ਼ੇਅਰ ਕਰਨੀ ਚਾਹੁੰਦਾ। ਜੀ ਜੀ ਬਿਲਕੁਲ, ਮੈਂ ਤੁਹਾਡਾ ਆਪਣਾ ਸ਼ੋ ਹੈ। ਰੋਜ਼ ਟੁਰਾਂ ਮੈਂ ਆਪਣੇ ਦਰ ਤੋਂ, ਰੋਜ਼ ਤੇਰੇ ਦਰ ਆਵਾਂ। ਅੱਛਾ, ਲਵਲੀ। ਰੋਜ਼ ਟੁਰਾਂ ਮੈਂ ਆਪਣੇ ਦਰ ਤੋਂ, ਰੋਜ਼ ਤੇਰੇ ਦਰ ਆਵਾਂ। ਰੱਬਾ ਵੇ ਮੈਨੂੰ ਕਦਮ ਬਖਸ਼ ਦੇ, ਵਾਹ, ਦੇ ਕਦਮਾਂ ਨੂੰ ਰਾਵਾਂ। ਆਉਂਦਾ ਰਹਾ, ਦੇ ਕਦਮਾਂ ਨੂੰ ਰਾਵਾਂ। ਸੋ ਖੁਦਾ ਦਾ ਜਵਾਬ ਹੈ, ਉਹ ਬੁੱਲਿਆ ਉਹ ਮੇਰਾ ਭੁੱਲਿਆ। ਵਾਹ, ਬੁੱਲਾ ਕਿਹਾ ਸੀ ਨਾ, ਮੈਂ ਬੁੱਲਾ ਨਹੀਂ ਭੁੱਲਾ। ਉਹ ਬੁੱਲਿਆ ਉਹ ਮੇਰਾ ਭੁੱਲਿਆ, ਭੁੱਲ ਕਿਉਂ ਸਿਰਨਾਵਾਂ। ਮੈਂ ਤਾਂ ਤੇਰੇ ਅੰਦਰ ਵਸਾਂ ਪਰ ਨਜ਼ਰੀ ਨਾ ਆਵਾਂ। ਮੈਂ ਤਾਂ ਤੇਰੇ ਅੰਦਰ ਵਸਾਂ ਪਰ ਨਜ਼ਰੀ ਨਾ ਆਵਾਂ। ਹਾਂ, ਨਜ਼ਰੀ ਨਾ ਆਵਾਂ। ਵਾਹ, ਉਹਦੇ ਨਜ਼ਰ ਨਹੀਂ ਆਉਂਦਾ, ਇਸ ਕਰਕੇ ਤੂੰ ਮੈਨੂੰ ਬਾਹਰ ਲੱਭਦਾ ਫਿਰਦਾ। ਅਦਰਵਾਈਜ਼ ਜਾਣ ਦੀ ਜ਼ਰੂਰਤ ਹੈ ਨਹੀਂ। ਤੁਸੀਂ ਇਹ ਗੱਲ ਦੱਸੋ ਮੈਨੂੰ, ਮੈਂ ਕਿਉਂਕਿ ਇਹ ਹੁੰਦੀ ਦਿਲ ਦੀਆਂ ਗੱਲਾਂ ਹੁੰਦੀਆਂ ਨੇ, ਇੰਟਰਵਿਊ ਅਸੀਂ ਕੀ ਕਰਨਾ, ਬਸ ਆਪਸ ਇਹ ਕਹਿ ਲਓ। ਤੁਹਾਡਾ ਜਿਹੜਾ ਸਟੂਡੈਂਟ ਲਾਈਫ ਸੀ, ਜਿਹੜਾ ਤੁਹਾਡਾ ਸਟਰਗਲ ਦਾ ਲਾਈਫ ਸੀ, ਉਹ ਪੀਰੀਅਡ ਸੀ, ਤੁਸੀਂ ਇੱਕ ਲਫ਼ਜ਼ ਬੋਲਿਆ ਫਲੋ ਆਫ ਲਾਈਫ, ਔਰ ਬੜਾ ਖੂਬਸੂਰਤ ਜੁਮਲਾ ਹੈ, ਇਹ ਕਹਿ ਲਓ ਪੇਅਰ ਆਫ ਵਰਡਸ ਹੈ, ਫਲੋ ਆਫ ਲਾਈਫ। ਤੇ ਤੁਹਾਡਾ ਆਪਣਾ ਉਸ ਡਿਫਿਕਲਟ ਟਾਈਮ ਪੀਰੀਅਡ ਦੇ ਵਿੱਚ ਫਲੋ ਆਫ ਲਾਈਫ ਨੂੰ ਅਗਰ ਤੁਸੀਂ ਅੱਜ ਦੇ ਸਟੂਡੈਂਟ ਦੇ ਫਲੋ ਆਫ ਲਾਈਫ ਨਾਲ ਕੰਪੇਅਰ ਕਰੋ ਤੇ ਬੁਨਿਆਦੀ ਕੀ ਫਰਕ ਨਜ਼ਰ ਆਉਂਦਾ? ਕਿਉਂਕਿ ਤੁਹਾਡੇ ਜਦੋਂ ਤੁਹਾਡੇ ਉਹ ਹਾਲਾਤ ਸਨ, ਉਦੋਂ ਹਾਲਾਤ ਕਦਰੇ ਬਿਹਤਰ ਸਨ ਅੱਜ ਕੱਲ੍ਹ ਦੇ ਹਾਲਾਤ ਨਾਲੋਂ, ਮਗਰ ਅੱਜ ਦੇ ਸਟੂਡੈਂਟ ਦਾ ਫਲੋ ਆਫ ਲਾਈਫ ਅਗਰ ਡਿਫਰੈਂਟ ਹੈ ਔਰ ਉਸ ਤਰ੍ਹਾਂ ਦਾ ਨਹੀਂ ਹੈ ਤਾਂ ਉਹਨੂੰ ਬਿਹਤਰ ਬਣਾਉਣ ਲਈ ਤੁਸੀਂ ਕੀ ਸੁਜੈਸਟ ਕਰੋਗੇ? ਪਹਿਲੇ ਤੇ ਤੁਹਾਡਾ ਆਪਣਾ ਫਲੋ ਆਫ ਲਾਈਫ ਔਰ ਅੱਜ ਦੇ ਫਲੋ ਆਫ ਲਾਈਫ 'ਚ ਬੇਸਿਕ ਕਨਸੈਪਟ ਕੀ ਹੈ? ਕਿਉਂਕਿ ਯੰਗ ਜਨਰੇਸ਼ਨ ਜਦੋਂ ਸਾਨੂੰ ਦੇਖਦੀ ਹੈ ਜਾਂ ਪੁੱਛਦੀ ਹੈ ਤਾਂ ਉਹ ਆਪਣੇ ਫਲੋ ਆਫ ਲਾਈਫ ਦੇ ਮਾਈਂਡਸੈਟ ਤੋਂ ਹੋ ਕੇ ਸਵਾਲ ਕਰਦੀ। ਦੇਖੋ, ਉਸ ਵੇਲੇ ਜਿਹੜੀ ਲਾਈਫ ਸੀ ਨਾ, ਇਹ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ 60s 70s ਦੀ। ਉਸ ਵੇਲੇ ਜ਼ਿੰਦਗੀ ਬਹੁਤ ਸਲੋ ਸੀ, ਜੌਬਸ ਵੀ ਸੀਗੀਆਂ, ਔਰ ਜਦੋਂ ਅਸੀਂ ਪੜ੍ਹਦੇ ਸੀ ਤਾਂ ਮੈਰਿਟ ਦੀ ਵੀ ਕਦਰ ਸੀ। ਮੈਰਿਟ ਵਾਲੇ ਬੰਦੇ ਨੂੰ ਮਿਲ ਜਾਂਦੀ ਸੀ ਜੌਬ। ਤਾਂ ਬੇਸਿਕ ਕਨਸੈਪਟ ਹੈ ਜਿਹੜਾ ਉਹ ਇਹੀ ਹੈ ਕਿ ਆਦਮੀ ਪੜ੍ਹੇ ਔਰ ਉਹ ਜੌਬ ਲਵੇ। ਇਹ ਸ਼ੁਰੂ ਤੋਂ ਇਸ ਤਰ੍ਹਾਂ ਪੜ੍ਹਾਇਆ ਜਾ ਰਿਹਾ, ਹਾਲਾਂਕਿ ਮੈਂ ਇਸ ਧਾਰਨਾ ਦੇ ਖਿਲਾਫ ਹਾਂ। ਅੱਛਾ, ਠੀਕ। ਮਤਲਬ ਐਜੂਕੇਸ਼ਨ ਨੂੰ ਬਾਰ-ਬਾਰ ਇਹੀ ਕਿਹਾ ਜਾ ਰਿਹਾ ਕਿ ਐਜੂਕੇਸ਼ਨ ਹੈ ਜਿਹੜੀ ਇਹ ਜੌਬਸ ਕ੍ਰੀਏਟ ਕਰਨ ਲਈ ਹੈ ਜਾਂ ਜੌਬ ਸਰਵ ਕਰਨੀ ਹੈ। ਤਾਂ ਮੈਂ ਥੋੜਾ ਜਿਹਾ ਹਟ ਕੇ ਮੇਰਾ ਇਹ ਵਿਸ਼ਵਾਸ ਹੈ ਕਿ ਇਹ ਜਿਹੜੀ ਜੌਬ ਕੌਨਸ਼ੀਅਸਨੈਸ ਅਸੀਂ ਬੱਚਿਆਂ 'ਚ ਭਰਦੇ ਹਾਂ। ਮਤਲਬ ਇੱਕ ਬੱਚੇ ਨੂੰ ਅਸੀਂ 10ਵੀਂ ਕਰ ਲਈ, BA ਕਰ ਲਈ, ਕਿਉਂ ਕਰ ਲਈ? ਨੌਕਰੀ ਕਰਨੀ ਹੈ। ਮਤਲਬ ਐਵਰੀਬਾਡੀ ਇਜ਼ ਆਫਟਰ ਜੌਬ। ਇੱਦਾਂ ਦਾ ਸਿਸਟਮ ਬਣਾਇਆ, ਔਰ ਉਹਦੇ ਨਾਲ ਕੀ ਹੁੰਦਾ ਹੈ ਕਿ ਬੱਚਿਆਂ ਦੇ ਅੰਦਰ ਜਿਹੜੀ ਓਰੀਜਨਲ ਥਾਟ
ਇਨੋਵੇਸ਼ਨ, ਕੁਝ ਨਵਾਂ ਕਰਨ ਦੀ, ਕੁਝ ਆਪਣਾ ਕਰਨ ਦੀ ਇੱਛਾ ਹੈ, that is blunted. ਅੱਛੇ ਬੱਚੇ ਨੌਕਰੀ ਪਿੱਛੇ ਤੁਰੇ ਫਿਰਦੇ ਆ, ਠੀਕ ਹੈ ਨਾ ਜੀ। ਫਿਰ ਅਸੀਂ ਜਿਸ ਤਰ੍ਹਾਂ ਇੰਗਲਿਸ਼ ਲੋਕ ਇੱਥੇ ਸੀਗੇ, ਉਹਨਾਂ ਨੇ IAS PCS ਵਗੈਰਾ ਦੀਆਂ ਇਹ ਸਰਵਿਸ ਸ਼ੁਰੂ ਕੀਤੀਆਂ ਸਾਰੇ ਕੰਟਰੀਜ਼ ਵਿੱਚ ਨੇ, ਜਿਹੜੇ ਕਾਮਨਵੈਲਥ ਕੰਟਰੀਜ਼ ਨੇ। ਸੋ ਉਹਦੇ ਵਿੱਚ ਕੀ ਹੁੰਦਾ ਕਿ ਜਿਹੜਾ ਸਾਡਾ ਟੈਲੈਂਟ ਹੈ, ਬੈਸਟ ਟੈਲੈਂਟ, ਉਹ IAS ਵੱਲ ਚਲਾ ਜਾਂਦਾ। ਤੁਸੀਂ ਕਿਸੇ ਵੀ ਕਾਲਜ ਸਕੂਲ 'ਚ ਜਾ ਕੇ 12ਵੀਂ 11ਵੀਂ ਦੇ ਬੱਚੇ ਤੋਂ ਪਤਾ ਕਰੋ ਤਾਂ ਜਿਹੜਾ ਬੈਸਟ ਬੱਚਾ ਹੈ ਉਹ ਕਹੇਗਾ IAS ਜਾਣਾ, IPS ਜਾਣਾ, IPS ਜਾਣਾ। Now, here I ਮਤਲਬ ਕਨਫਰੰਟ ਦਿਸ ਕੁਐਸਚਨ ਕਿ ਅਗਰ ਸਾਡਾ ਟੌਪ ਕਲਾਸ, ਟੌਪ ਸੀਡ ਹੈ ਜਿਹੜਾ, ਉਹ ਇਸ ਪਾਸੇ ਚਲਾ ਜਾਏਗਾ ਤਾਂ ਫਿਰ ਕ੍ਰੀਏਟੀਵਿਟੀ ਵੱਲ ਕੌਣ ਜਾਏਗਾ? ਆਪਣਾ ਜਿਹੜਾ ਖਿੱਤਾ, ਕਿੰਨੇ ਕੁ ਲੋਕ ਨੇ ਜਿਨ੍ਹਾਂ ਨੇ ਇਨੋਵੇਸ਼ਨਸ ਕੀਤੀਆਂ ਨੇ, ਕਿੰਨੇ ਕੁ ਲੋਕ ਨੇ ਜਿਨ੍ਹਾਂ ਨੇ ਇਨੋਵੇਸ਼ਨਸ ਕੀਤੀਆਂ ਨੇ। ਹਿੰਦੁਸਤਾਨ ਦੇ ਵਿੱਚ ਇੱਕ ਦੋ ਬੰਦਿਆਂ ਦੇ ਨਾਂ ਆਉਂਦੇ ਨੇ। ਸਾਡੀ ਜਿਹੜੀ ਸਾਰੀ ਯੂਥ ਹੈ ਉਹ ਸਾਰੀ ਸਰਵਿਸਿਜ਼ ਦੇ ਪਿੱਛੇ ਪਾ ਰੱਖੀ ਹੈ। ਅਸੀਂ ਇਹ ਸੋਚਦੇ BA ਕਰ ਲਓ, ਨੌਕਰੀ ਲੱਗ ਜਾਓ, ਕੰਮ ਖਤਮ ਹੋ ਗਿਆ। ਮਤਲਬ ਇਹ ਜਿਹੜਾ, ਅੱਛਾ, ਦੇਰ ਇਜ਼ ਸੋ ਮਚ ਆਫ ਅਨਐਮਪਲੋਇਮੈਂਟ ਆਲਸੋ ਬਿਕਾਜ਼ ਆਫ ਦਿਸ। ਕਿਉਂ? ਬੱਚੇ ਕੁਝ ਕਰਨ ਦੇ ਕਾਬਿਲ ਹੀ ਹੈ ਨਹੀਂ। ਹੁਣ BA ਦੀ ਡਿਗਰੀ ਲੈਣਾ, MA ਦੀ ਡਿਗਰੀ ਲੈਣਾ, ਇਹ ਤਾਂ ਕੋਈ ਕਾਬਲੀਅਤ ਨਹੀਂ ਹੈਗੀ। ਹਰ ਇੱਕ ਬੰਦੇ ਦੇ ਅੰਦਰ ਪਰਮਾਤਮਾ ਨੇ ਕੋਈ ਨਾ ਕੋਈ ਗੁਣ ਦਿੱਤਾ ਹੈ। ਅਸੀਂ ਉਸ ਗੁਣ ਨੂੰ ਛੱਡ ਕੇ ਇੱਕ ਜਨਰਲਾਈਜ਼ਡ ਜਿਹਾ MA ਕਰ ਲਈ, BA ਕਰ ਲਈ, ਫਿਰ ਕਲੈਰੀਕਲ, ਦਿਸ ਇਜ਼ ਦ ਮੈਕਸਿਮਮ ਦੈਟ ਵੀ ਆਰ ਡੂਇੰਗ। ਔਰ ਮੈਂ ਸਮਝਦਾ ਕਿ ਦਿਸ ਇਜ਼ ਅ ਨੈਗੇਟਿਵ ਥਿੰਗ ਵੀ ਆਰ ਡੂਇੰਗ। ਸਾਨੂੰ ਚਾਹੀਦਾ ਕਿ ਅਸੀਂ ਬੱਚਿਆਂ ਨੂੰ ਡੈਮ ਦੀ, ਜਿਵੇਂ ਪਾਣੀ ਨੂੰ ਰੋਕਿਆ ਜਾਂਦਾ ਨਾ ਡੈਮ ਦੇ ਵਿੱਚ, ਰੋਕੀਏ +2 ਦੇ ਵਿੱਚ, ਉਹਨਾਂ ਨੂੰ ਆਇਡੈਂਟੀਫਾਈ ਕਰੀਏ ਕਿ ਇਹਨਾਂ ਦੀਆਂ ਸਕਿੱਲਸ ਕੀ ਨੇ, ਕਿੱਥੇ ਜਾ ਸਕਦੇ ਆ, ਠੀਕ ਹੈ ਨਾ। ਅਸੀਂ ਜਿਹੜੇ ਸਾਡੇ ਪੇਂਟਰ ਨੇ ਉਹਨਾਂ ਨੂੰ ਡਾਕਟਰ ਬਣਾ ਦਿੰਦੇ ਆ। ਜਿਹੜੇ ਡਾਕਟਰ ਹੁੰਦਾ ਦੇ ਐਂਡ ਅਪ ਐਜ਼ ਆਰਟਿਸਟਸ। ਸੋ ਵੀ ਆਰ ਐਕਚੁਅਲੀ ਕਿਲਿੰਗ ਟੈਲੈਂਟ। ਜੋ ਓਵਰਆਲ ਇਸੇ ਕਰਕੇ ਮੈਂ ਸਮਝਦਾ ਹੁੰਦਾ ਕਈ ਵਾਰੀ ਕਿ ਅਗਰ ਸਾਡੀ ਜਿਹੜੀ ਯੂਥ ਹੈ ਐਵਰੇਜ ਹੈ, ਮਤਲਬ ਦੇਖੋ ਹੁਣ ਮੈਂ ਇਹ ਨਹੀਂ ਕਹਿੰਦਾ ਕਿ ਇੱਥੇ ਟੈਲੈਂਟ ਹੈ ਨਹੀਂ, ਦੇਰ ਆਰ 5-10% ਜਿਹੜੇ ਅਮਰੀਕਾ 'ਚ ਜਾ ਕੇ ਦੇ ਹੈਵ ਮੇਡ देयर नेम ਇੰਟਰਨੈਸ਼ਨਲ ਮਾਰਕੀਟ। ਲੇਕਿਨ ਵਾਟ ਡੂ ਯੂ ਥਿੰਕ ਆਫ 80% ਪੀਪਲ? ਉਹਨਾਂ ਕੀ ਉਹ ਸਾਰੇ ਨਖਿੱਧ ਨੇ? ਉਹ ਸਾਰੇ 40% 50% ਨੰਬਰ ਲੈਣ ਵਾਲੇ ਨੇ? ਹੇਅਰ ਆਈ ਡਿਸਐਗਰੀ। ਉਹਨਾਂ ਬੱਚਿਆਂ ਦਾ ਗੁਣ ਹੈ। The only thing is we did not provide them proper opportunities। ਔਰ ਉਹਨਾਂ ਨੂੰ ਪੇਰੈਂਟਸ ਨੂੰ ਵੀ ਕਹਤਾ ਬੱਚੇ ਨੂੰ ਨੌਕਰੀ ਮਿਲਣੀ ਚਾਹੀਦੀ ਹੈ, ਸ਼ਾਦੀ ਕਰਨੀ ਹੈ, ਨੌਕਰੀ ਕੀਤੀ ਹੈ ਕਿ ਨਹੀਂ ਕੀਤੀ, ਨੌਕਰੀ ਲੱਗਿਆ ਕਿ ਨਹੀਂ। ਬਟ ਦਿਸ ਨੌਕਰੀ, ਦਿਸ ਕੰਸੈਪਟ ਆਫ ਨੌਕਰੀ, ਠੀਕ ਹੈ, ਸਾਨੂੰ ਜੀਣ ਦੇ ਲਈ ਰੋਟੀ ਚਾਹੀਦੀ ਹੈ, ਹਾਂਜੀ ਬਿਲਕੁਲ, ਠੀਕ ਹੈ ਨਾ। ਪਰ ਅਸੀਂ ਉਹ ਖਾਣਾ ਜ਼ਰੂਰੀ ਹੈ ਵੀ ਉਹ ਨੌਕਰੀ ਕਰਕੇ ਲੈਣਾ। ਚੰਗੇ ਚੰਗੇ ਘਰਾਂ ਦੇ ਬੱਚੇ 5-5 ਹਜ਼ਾਰ 10-10 ਹਜ਼ਾਰ ਤੇ ਨੌਕਰੀਆਂ ਕਰਦੇ ਨੇ। ਠੀਕ ਹੈ, ਉਹ ਕਹਿੰਦੇ ਅਸੀਂ ਐਜੂਕੇਸ਼ਨ ਲੈ ਲਈ, ਹੁਣ ਅਸੀਂ ਹੋਰ ਕੁਝ ਕਰ ਨਹੀਂ ਸਕਦੇ। ਐਜੂਕੇਸ਼ਨ ਉਹ ਹੋਣੀ ਚਾਹੀਦੀ ਹੈ ਡਾਕਟਰ ਸਾਹਿਬ ਜਿਹੜੀ ਤੁਹਾਡੇ ਟੈਲੈਂਟ ਨੂੰ ਡਿਵੈਲਪ ਕਰੇ। ਹਾਂ ਬਿਲਕੁਲ, ਜਿਹੜਾ ਤੁਹਾਡੀ ਪਰਸਨੈਲਿਟੀ ਵੀ ਗਰੋ ਕਰੇ, ਤਾਂ ਹੀ ਤੁਸੀਂ ਕੁਝ ਕਰ ਸਕਦੇ ਹੋ। ਜੇ ਮੰਨ ਲਓ ਮੈਂ ਫਿਜ਼ਿਕਸ ਵਿੱਚ ਬਹੁਤ ਅੱਛਾ, ਹਾਂਜੀ, ਜਾਂ ਕੋਈ ਬੱਚਾ ਹੈ ਫਿਜ਼ਿਕਸ ਦੇ ਵਿੱਚ, ਮੰਨ ਲਓ ਉਹ 10ਵੀਂ 11ਵੀਂ ਦੇ ਵਿੱਚ ਉਹ 90% ਨੰਬਰ ਲੈਂਦਾ ਫਿਜ਼ਿਕਸ 'ਚ, ਕੈਮਿਸਟਰੀ ਦੇ ਵਿੱਚ ਉਹ 70% ਲੈਂਦਾ, ਇੰਗਲਿਸ਼ ਦੇ ਵਿੱਚ ਉਹ 40% ਲੈ ਗਿਆ ਜਾਂ 35%। ਹੁਣ ਅਸੀਂ ਕੀ ਕਰਾਂਗੇ, ਬਜਾਏ ਇਸਦੇ ਕਿ ਉਸ ਬੱਚੇ ਨੂੰ ਅਸੀਂ ਫਿਜ਼ਿਕਸ ਤੇ ਫੋਕਸ ਕਰੀਏ, ਹਾਂਜੀ ਬਿਲਕੁਲ, ਉਹਦਾ ਫੋਕਸ ਟਿਊਸ਼ਨ ਕਿਹੜੇ ਸਬਜੈਕਟ ਦੀ ਰਖਾਵਾਂਗੇ, ਹਿਸਟਰੀ ਦੀ, ਮੈਥਮੈਟਿਕਸ ਤੋਂ ਨੰਬਰ ਘੱਟ ਰਹੇ ਤਾਂ ਕਿ ਇਹਦੇ ਨੰਬਰ ਜ਼ਿਆਦਾ ਆ ਜਾਣ। ਹਾਂ ਬਿਲਕੁਲ, ਐਗਜ਼ੈਕਟਲੀ, ਠੀਕ ਹੈ ਨਾ। ਸੋ ਜਿਸ ਔਰ ਰਿਜ਼ਲਟ ਕੀ ਨਿਕਲਦਾ ਹੈ ਕਿ ਇੰਗਲਿਸ਼ ਚੋਂ 50 ਆ ਗਏ, ਮੈਥਮੈਟਿਕਸ ਚੋਂ 60 ਆ ਗਏ ਟਿਊਸ਼ਨ ਤੋਂ ਬਾਅਦ, ਕੈਮਿਸਟਰੀ ਚੋਂ 5 ਨੰਬਰ ਵੱਧ ਗਏ। ਲੇਕਿਨ ਜੀ ਜਿਹੜੇ ਜੋ ਟੌਪ ਆ ਰਿਹਾ ਸੀ, 99% ਨੰਬਰ ਲੈ ਰਿਹਾ ਸੀ, ਉਹਦੇ ਵਿੱਚੋਂ 70 ਆ ਗਿਆ, ਹਾਂ ਉਧਰ ਘਟ ਗਿਆ। ਇਸ ਤਰ੍ਹਾਂ ਅਸੀਂ ਕੀ ਕਰਦੇ ਹਾਂ, ਵੀ ਆਰ ਕ੍ਰੀਏਟਿੰਗ ਐਵਰੇਜ ਸਟੂडेंट्स, एवरेज, ये साढ़े निज़ाम में तब्दील है। हाँ डॉक्टर साहब, ये है कि मैं अपने देखने वाले मैसेज देंगा कि मैं पाकिस्तान इस टाइम ते बैठा, इस्लामाबाद, तुसी इस टाइम ते इंडिया च बैठे हो। ਅਸੀਂ ਨਾ ਇੰਡੀਆ ਡਿਸਕਸ ਕਰ ਰਹੇ ਹਾਂ, ਨਾ ਪਾਕਿਸਤਾਨ ਡਿਸਕਸ ਕਰ ਰਹੇ ਹਾਂ, ਅਸੀਂ ਲਾਈਫ ਡਿਸਕਸ ਕਰ ਰਹੇ ਹਾਂ। ਔਰ ਮੈਂ
ਜਿਹੜੇ ਲੋਕ ਪਾਕਿਸਤਾਨ 'ਚ ਬੈਠ ਕੇ ਤੁਹਾਨੂੰ ਸੁਣ ਰਹੇ ਨੇ, ਮੈਂ 100% ਕਹਿਣਾ ਕਿ ਮੈਨੂੰ ਤੇ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਅਸੀਂ ਪਾਕਿਸਤਾਨ ਡਿਸਕਸ ਕਰ ਰਹੇ ਹਾਂ, ਕਿਉਂਕਿ ਦੋਨੋਂ ਮੁਮਾਲਿਕ ਦੀ ਮੁਲਕਾਂ ਦੀ ਸਿਚੁਏਸ਼ਨ ਇੱਕੋ ਜਿਹੀ ਹੈ। ਔਰ ਇਹ ਇੱਕ ਲਾਈਫ ਦਾ ਇੱਕ ਹੈਗਾ, ਸਿਰਫ ਦੋਨੋਂ ਮੁਮਾਲਿਕ ਦੀ ਨਹੀਂ, ਜਿਹੜੇ ਨਾਲ ਦੇ ਵੀ ਇੱਧਰ ਸੱਜੇ ਖੱਬੇ ਹੈ ਨੇ ਉਹਨਾਂ ਦੇ ਵਿੱਚ ਵੀ ਇਹ ਸਿਚੁਏਸ਼ਨ ਹੈ। ਡਿਵੈਲਪਿੰਗ ਕੰਟਰੀਜ਼ ਦੇ ਵਿੱਚ ਮੈਂ ਸਮਝਣਾ ਜਿਹੜੇ ਡਿਵੈਲਪਡ ਕੰਟਰੀਜ਼ ਨੇ ਨਾ, ਜਿੱਥੇ ਉਹ ਬਹੁਤ ਸਾਰੀਆਂ ਪਲਾਨ ਐਸਟੈਬਲਿਸ਼ ਕਰਦੇ ਨੇ ਕਿ ਸਾਡੇ ਨਾਲ ਨਾ ਖੜੇ ਹੋ ਜਾਣ, ਉੱਥੇ ਨਿਜ਼ਾਮੇ ਤਾਲੀਮ ਉਹਨਾਂ ਦਾ ਫੋਕਸ ਹੈ ਕਿ ਕਿਤੇ ਖੁਦਾ ਨਾ ਖਾਸਾ ਸਾਡੇ ਨਿਜ਼ਾਮੇ ਤਾਲੀਮ ਦੇ ਬਰਾਬਰ ਕੋਈ ਇੰਸਟੀਟਿਊਸ਼ਨ ਕ੍ਰੀਏਟ ਨਾ ਹੋ ਜਾਏ ਕਿ ਸੈਲਫ ਸਫੀਸ਼ੀਐਂਟ ਹੋ ਜਾਣ ਤੇ ਆਪਣੀ ਭਾਗ ਦੌੜ ਆਪਣੇ ਹੱਥਾਂ 'ਚ ਸੰਭਾਲਣ ਦੇ ਕਾਬਿਲ ਹੋ ਜਾਣ। नो डाउट अबाउट इट। ਤੁਹਾਡੀ छोटी जी मुख्तसर सी गुफ्तगू सी निज़ाम तालीम के हवाले नाल, मैंने तो बहुत मजा आया, मगर मैं इसलिए थोड़ी ये वजाहत कर दी है कि लोग इन्हों किसी होर रंग च ना लै जान। ते बहरहाल तुसीं ये दसो कि शायरी तुसीं किहड़े-किहड़े मौजूआत ते कीती? मोस्टली हर एक विषय के उत्ते शायरी हुई है। अच्छा, कुछ नमूने दसो ना साडे वास्ते, को साडे नाज़रीन ले। मैंने तो बहुत मजा है, मैं ते बाबू मैंने तो इंज लगे बुल्ले शाह दा ही कलाम है। तो इस तरह का ही एक होर पंजाबी विच ही मैं शेयर करदा। जी जी, लवली। जिंदगी एक शूक दा दरिया है। जिंदगी एक शूक दा अच्छा, शूक दा दरिया है। अच्छा, जिंदगी एक शूक दा दरिया है, मौत जिसदा आखिरी पड़ा है। मौत जिसदा आखिरी पड़ा है। अच्छा, जिंदगी एक शूक दा दरिया है, मौत जिसदा आखिरी पड़ा है। उम्र सारी लेखतां लिखदे रहे। वाह, उम्र सारी लेखतां लिखदे रही। उम्र सारी लेखतां लिखदे रहे, अंत वेले कोरा क्यों सफा है। वाह, अंत वेले कोरा क्यों सफा है। तो ਆਪਾਂ जो कुछ भी लिखा वो ऊपर सेट नहीं आ रहा। हाँ जी, हाँ जी, अपने इतने वाले सर्टिफिकेट ऊपर काम नहीं कर रहे। हाँ जी, हाँ जी, हाँ जी। उम्र सारी लेखतां लिखदे रहे, अंत वेले कोरा क्यों सफा है। इंज ना हुंदा, इंज हुंदा तां ठीक सी। वाह, इंज ना हुंदा तां ठीक सी। हर गले विच अटकिया ए गिला है। हर गले विच अटकिया ए गिला है, कंप्लेंट है। इफ वाली कंप्लेंट है। अच्छा, ठीक है। तो लास्ट लाइन्स हैं जिनको बहुत ही पसंद किया गया। अच्छा, ये हमारी जो फिलॉसफी है, कर्म की फिलॉसफी। अच्छा, ठीक है। और गुरबाणी में भी आती है। तो उसके बारे में है, होनी 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 हम कहते हैं ना। हाँ, होनी एक होनी सी। अच्छा, मैं समझ, ठीक, होनी कहते हैं, डेस्टिनी, फेट। हाँ बिल्कुल, जी जी, होनी 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 कह के जिसनू कूक दे। होनी होनी कह के जिसनू कूक दे, अपने ही कर्मां दा सिलसिला है। वाह, अपने ही कर्मां दा सिलसिला है। ये इकबाल ने कहा ना कि अमल से जिंदगी बनती है जन्नत भी जहन्नम भी, ये खाकी अपनी फितरत में ना नूरी है ना नारी है। वो हाँ, तो वो ਤੁਹਾਡੀ ਸ਼ਾਇਰੀ ਦੇ ਵਿੱਚ ਨਾ ਸੂਫੀਆਨਾ ਮਿਜ਼ਾਜ ਹੈ। बिल्कुल, एक ਤੁਹਾਡੇ ਨਾਲ ਹੋਰ ਮੈਂ ਸ਼ੇਅਰ ਕਰਾਂਗਾ ਇਸ ਤਰ੍ਹਾਂ ਚਾਰ ਲਾਈਨ। जी जी। जिसमें बस नूर ही नूर है, जिसमें बस नूर ही नूर है, हमसे क्यों वो जगह दूर है। वाह, जिसमें बस नूर ही नूर है, हमसे क्यों वो जगह दूर है। दूर है। हम अंधेरों की बस्ती से आए। वाह, हम अंधेरों की बस्ती से आए, अब ये गुर्बत ना मंजूर है। वाह, अब ये गुर्बत ना मंजूर है। तो देखिए, शेर है कि अंधेरा क्या होता है। अच्छा, ठीक। अंधेरा क्या होता है, या लाइट चली जाए अंधेरा हो जाता है। बिल्कुल, हम इस बात को, ये लाइनें कुछ और कह रही हैं। ठीक है। आंख होते भी देख ना पाए। वाह, आंख होते भी देख ना पाए। भगवान ने तो सब कुछ दिया है। हाँ बिल्कुल, ठीक है ना, लेकिन हम कब मानते हैं किसी बात को। ऐसे ही है। आंख होते भी देख ना पाए,
ये अंधेरों का दस्तूर है। वाह, अच्छा, लवली। आंख होते भी देख ना पाए, ये अंधेरों का दस्तूर है। अंधेरों का दस्तूर है। हर खुशी हर गमी से परे, वाह। गमी खुशी के ऊपर, हर हम्म। खुशी हर गमी से परे, हर जगह रियासते नूर है। वाह। हर वाह। रियासते नूर नूर है। नूर है। तो लाइट हमने लेनी है तो खुशी गमी के जो कंसेप्ट हैं, वी हाँ। नीड टू ट्रांसेंड देम इसके ऊपर, इसके ऊपर है। हाँ। फिर वो अंधेरा भी है। हाँ, ਬਿਲਕੁਲ ਹੈ। ਇਹ ਸਾਡੇ ਜਿਹੜੇ ਕਨਸੈਪਟ ਨੇ ਨਾ, ਇਬਨ ਅਲ ਅਰਬੀ ਨੇ ਆਪਣੀ ਕਿਤਾਬਾਂ ਦੇ ਵਿੱਚ ਜ਼ਿਕਰ ਕੀਤੇ ਨੇ, ਮੌਲਾਨਾ ਰੂਮੀ ਨੇ ਵੀ ਇਹ ਜ਼ਿਕਰ ਇਹਦਾ ਕੀਤਾ ਹੈ। ਤੁਸੀਂ ਇਹ ਦੇਖੋ, ਜਦੋਂ ਤੁਸੀਂ ਹਕੀਕਤ ਦੀ ਖਾਸ ਸਤਹ ਦੇ ਉੱਤੇ ਬੁਲੰਦ ਹੋ ਜਾਂਦੇ ਹੋ ਨਾ, ਤੇ ਉੱਥੇ ਹਕੀਕਤ ਦਾ ਕੋਈ ਨਾਮ ਨਹੀਂ ਰਹਿੰਦਾ, ਉਹ ਸਿਰਫ ਹਕੀਕਤ ਦਾ ਇੱਕੋ ਵਜੂਦ ਰਹਿੰਦਾ ਹੈ। ਉਹ ਥੱਲੇ ਜਦੋਂ ਉਤਰਦੀ ਹੈ ਤੇ ਕਦੀ ਕਿਸੇ ਨਾਮ ਨਾਲ ਹੋ ਜਾਂਦੀ ਹੈ, ਕਦੀ ਕਿਸੇ ਨਾਮ ਨਾਲ ਹੋ ਜਾਂਦੀ ਹੈ। ਤੁਸੀਂ ਇਹ ਕੱਲ ਜਿਹੜੀ ਕਾਨਫਰੰਸ ਦੇ ਵਿੱਚ ਸਪਿਰਿਚੁਅਲਿਟੀ ਤੇ ਥੋੜੀ ਜਿਹੀ ਗੁਫ਼ਤਗੂ ਫਰਮਾਈ ਸੀ, ਮੈਂ ਚਾਹਾਂਗਾ ਥੋੜਾ ਜਿਹੀ ਰੋਸ਼ਨੀ ਉਹਦੇ ਤੇ ਪਾ ਦਿਓ, ਤਾਂ ਕਿ ਥੋੜਾ ਜਿਹਾ ਸਾਡੇ ਨਾਜ਼ਰੀਨ ਜਿਹੜੇ ਨੇ ਉਹਨਾਂ ਵੀ ਮੁਸਤਫੀਜ਼ ਹੋ ਜਾਣ। ਹਾਂ, ਉਹਦੇ ਵਿੱਚ ਜਿਹੜੀ ਗੱਲ ਸੀ ਉਹ ਸੀ ਐਗਜ਼ਿਸਟੈਂਸ਼ੀਅਲ ਸਪਿਰਿਚੁਅਲਿਟੀ ਦੀ। ਬਿਲਕੁਲ। ਤੋਂ ਮੈਂ ਉਹਦੇ ਵਿੱਚ ਇਹ ਗੱਲ ਕਹਿ ਰਿਹਾ ਸੀ ਕਿ ਸਪਿਰਿਚੁਅਲ ਹੋਣ ਲਈ ਇਹ ਜ਼ਰੂਰੀ ਨਹੀਂ ਕਿ ਬੰਦਾ ਧਾਰਮਿਕ ਵੀ ਹੋਵੇ, ਕਿਸੇ ਮਜ਼ਹਬ ਨੂੰ ਵੀ ਮੰਨਦਾ ਹੋਵੇ, ਸਪਿਰਿਚੁਅਲ ਹੋਣਾ ਜ਼ਰੂਰੀ ਨਹੀਂ ਹੈ, ਇਹ ਕੋਈ ਜ਼ਰੂਰੀ ਨਹੀਂ ਹੈ। ਠੀਕ ਹੈ। ਤੋ ਵੈਸੇ ਜੇ ਦੇਖਿਆ ਜਾਵੇ ਤਾਂ ਸਪਿਰਿਟਸ ਦੀ ਗੱਲ ਤਾਂ ਜਿਹੜੇ ਤੰਤਰਿਕ ਹੁੰਦੇ ਆ ਇਹ ਵੀ ਕਰਦੇ ਆ। ਜਾਤੀ ਸਪਿਰਿਟ ਬੁਲਾ ਲਈ, ਮਤਲਬ ਦੇ ਆਲਸੋ ਟਾਕ ਅਬਾਊਟ ਸਪਿਰਿਟ। ਲੇਕਿਨ ਮੇਰਾ ਜੋ ਕਨਸੈਪਟ ਹੈ ਉਹ ਇਹ ਹੈ ਕਿ ਇਹ ਰਿਅਲਾਈਜ਼ ਕਰਨਾ, ਆਪਣੇ ਮਨ ਦੇ ਵਿੱਚ ਇਹ ਸੋਚਣਾ ਜਾਂ ਇਹਨੂੰ ਗੱਲ ਨੂੰ ਅਨੁਭਵ ਕਰਨਾ ਕਿ ਅਸੀਂ ਇੱਕ ਬਹੁਤ ਬੜੀ ਫੈਮਿਲੀ ਦੇ ਹਿੱਸਾ ਹੈਗੇ ਆ। ਔਰ ਉਸ ਫੈਮਿਲੀ ਵਿੱਚ ਆਮ ਤੌਰ ਤੇ ਲੋਕ ਨਾ ਹਿਊਮਨ ਰੇਸ ਦੀ ਗੱਲ ਕਰਕੇ ਚੁੱਪ ਕਰ ਜਾਂਦੇ ਆ ਵੀ ਅਸੀਂ ਹਿਊਮਨ ਰੇਸ ਦਾ, ਵਰਲਡ ਦਾ ਇੱਕ ਹਿੱਸਾ ਹੈਗੇ ਆ। ਮੈਂ ਹੁਣ ਜੇ ਇਫ ਯੂ ਟਾਕ ਆਫ ਸਪਿਰਿਚੁਅਲਿਟੀ, ਤਾਂ ਸਪਿਰਿਚੁਅਲਿਟੀ ਇੱਥੇ ਨਹੀਂ ਰੁਕਦੀ ਹੈ, ਇਹ ਹਿਊਮਨਿਜ਼ਮ ਦੀ ਗੱਲ ਹੈ। ਹਾਂ, ਸਪਿਰਿਚੁਅਲਿਟੀ ਯਾਨੀ ਹਿਊਮਨਿਜ਼ਮ ਸਪਿਰਿਚੁਅਲਿਟੀ ਦਾ ਇੱਕ ਜੁਜ਼ ਹੈਗਾ, ਕੁੱਲ ਨਹੀਂ। ਯਾ ਤੋ ਸਪਿਰਿਚੁਅਲਿਟੀ ਹੈ ਜਿਹੜੀ, ਉਹਦੇ ਵਿੱਚ ਤਾਂ ਇਹ ਹੈਗਾ ਕਿ ਜਿਸ ਤਰ੍ਹਾਂ ਇੱਕ ਫਾਦਰ ਤੋਂ ਬੱਚੇ ਪੈਦਾ ਹੁੰਦੇ ਆ, ਜੀ ਜੀ, ਔਰ ਉਹ ਸਾਰੇ ਜਿਹੜੇ ਦੇ ਆਰ ਸਿਬਲਿੰਗਸ, ਔਰ ਉਹਨਾਂ ਦਾ ਆਪਸ ਵਿੱਚ ਦੇ ਆਰ ਕਜ਼ਨਸ ਆਲਸੋ। ਜੀ ਜੀ, ਠੀਕ ਹੈ ਨਾ। तो इसी तरह ही वी आर क्रिएटेड बाय रब, एक है जिसने हमें बनाया, जो भी उसने बनाया उसका एक इंटरनल रिलेशनशिप है, जिसको स्पिरिट का रिलेशनशिप कहता हूँ। स्पिरिट सभी में एक है, भगवान की स्पिरिट है। तो अब क्या है कि चाहे वो वाइल्ड लाइफ है, चाहे ह्यूमन स्ट्रक्चर्स हैं, चाहे वो इंसेक्ट्स हैं, चाहे पंछी हैं, चाहे वो पशु है, और इसके भी आगे हमें जाना है, चाहे वो पानी है, चाहे वो पहाड़ है, चाहे हवा है, हर चीज किसने क्रिएट किया? क्रिएट किया। बिल्कुल। तो हमारे सभी के साथ रिश्ते हैं, और उन रिश्तों को अगर हमने महसूस कर लिया तो हम फिर कभी किसी का बुरा नहीं सोचेंगे। ਡਾਕਟਰ ਸਾਹਿਬ, ਇਹ ਤੁਸੀਂ ਕਨਸੈਪਟ ਕਨਸੀਵ ਕਿੱਥੋਂ ਕੀਤਾ, ਕਿਹੜੀ ਜਗ੍ਹਾ ਤੋਂ ਇਹਨੂੰ ਸ਼ੌਰ ਕਿੱਥੋਂ ਲਿੱਤਾ ਇਸ ਕਨਸੈਪਟ ਦਾ ਤੁਮ? डॉक्टर साहब ऐसे है कि मैं ज्यादातर ये जो मेरी बातें हैं ना, दीज आर इंटरनल रेवलेशंस, यानी खुदा ने एक इल्हाम किया ताड़ी तबीयत उत्ते और अंदर कश्फ जिन्हों कहने हैं ਅਸੀਂ ਆਪਣੇ, ये रेवलेशंस ने। मेरी किताब है ब्लिस, ਜਿਹੜੀ ਬਾਹਰ ਟ੍ਰਾਂਸਲੇਟ ਹੋਈ ਹੈ, ਇੱਥੇ ਮੈਂ ਲੈ ਕੇ ਰੱਖੀ ਹੋਈ ਸੀ ਕਿਤੇ। ਯੈਸ, ਮੈਂ ਤੁਹਾਨੂੰ ਦਿਖਾਣਾ, ਆ ਦੇਖੋ, ਇਹ ਮੇਰੀ ਕਿਤਾਬ ਹੈਗੀ ਹੈ ਬਲਿਸ, ਜਿਹਦਾ ਪਰਸ਼ੀਅਨ ਵਿੱਚ ਟ੍ਰਾਂਸਲੇਟ ਹੋਇਆ, ਲਵ ਵਿਦ ਕਾਸਮੋਸ। ਵਾਹ, ਲਵਲੀ। ਉਹਦੇ ਇਸ ਤਰ੍ਹਾਂ ਹੀ ਇੱਕ ਹੋਰ ਕਿਤਾਬ ਸੀ, ਇਹ ਵੀ ਟ੍ਰਾਂਸਲੇਟ ਹੋਈ ਪਰਸ਼ੀਅਨ ਚ। ਅੱਛਾ, ਮਾਸ਼ਾਅੱਲਾ। ਆਈ ਹੋਪ ਇਟ ਇਜ਼, ਆਈ ਬਿਲੋਂਗ। ਉਲਟੀ ਹੈ, ਥੋੜਾ ਸਿੱਧਾ ਕਰ ਲਓ, ਉਲਟੀ ਮੇਰੇ ਖਿਆਲ ਹੋ ਗਈ ਹੈ ਕਿਤਾਬ, ਇਹਨੂੰ ਸਿੱਧਾ ਕਰ ਲਓ ਜ਼ਰਾ। ਓਕੇ, ਸੌਰੀ। ਲਵਲੀ, ਠੀਕ ਹੈ, ਹਾਂ ਠੀਕ, ਲਵਲੀ। ਮੈਂ ਤੁਹਾਡੇ ਕੋਲ ਸਵਾਲ ਪੁੱਛਿਆ ਨਾ, ਮੈਂ ਤੇ ਉਹਦੀ ਇੱਕ ਵਜ੍ਹਾ ਵੀ ਹੈ ਬੇਸਿਕਲੀ।
ठीक है, लवली हो गया। मैं अर्ज कर ਰਿਹਾ ਸੀ ऐसे है ਮੈਂ अर्ज ਕਰ ਰਿਹਾ ਸੀ ਇਹ ਸਵਾਲ ਜਿਹੜਾ ਮੈਂ ਪੁੱਛਿਆ ਨਾ ਦੇ ਪਿੱਛੇ ਵਜ੍ਹਾ ਐ ਸੀ ਕਿ ਸਾਡੇ ਕੁਰਾਨ ਪਾਕ ਦੇ ਵਿੱਚ ਲਿਖਿਆ ਕਿ ਕਾਇਨਾਤ ਦੀ ਹਰ ਚੀਜ਼ ਜਿਹੜੀ ਖੁਦਾ ਦੀ ਤਸਬੀਹ ਕਰਦੀ ਹੈ ਔਰ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਦਾ ਇੱਕ ਇਰਸ਼ਾਦ ਹੈ ਹਦੀਸ ਮੁਬਾਰਕਾ ਕਿ ਹੋਲ ਕ੍ਰੀਏਸ਼ਨ ਇਜ਼ ਅੱਲਾਹ's ਫੈਮਿਲੀ and the best among you is he who is good to his family ਉਹਦੀ ਫੈਮਿਲੀ ਚ ਪਹਾੜ ਪਾਣੀ ਚਰਿੰਦ ਪਰਿੰਦ ਹਰ ਕਾਇਨਾਤ ਦੀ ਚੀਜ਼ ਆਉਂਦੀ ਤੇ ਇਬਨ ਅਲ ਅਰਬੀ ਕਹਿੰਦੇ ਨੇ ਮੈਂ ਤੁਹਾਨੂੰ ਬੜਾ ਦਿਲਚਸਪ ਵਾਕਿਆ ਇਬਨ ਅਲ ਅਰਬੀ ਕਹਿੰਦੇ ਨੇ ਕਿ ਕਾਇਨਾਤ ਦੀ ਹਰ ਚੀਜ਼ ਜਿਹੜੀ ਹੈ ਨਾ ਮੈਂ ਰੂਹਾਨੀਅਤ ਨਾਲ ਦੇਖਿਆ ਸਾਡੇ ਮਕਾਨ ਦਾ ਜਿਹੜਾ ਸਾਹਮਣਾ ਪਰਨਾਲਾ ਸੀ ਨਾ ਜਿੰਦੇ ਵਿੱਚ ਪਾਣੀ ਆਉਂਦਾ ਹੈ ਤੇ ਉਹ ਵੀ ਖੁਦਾ ਦੀ ਤਸਬੀਹ ਕਰਦਾ ਸੀ ਤੇ ਮੈਂ ਉਹਦੀ ਕੁਝ ਅਰਸੇ ਲਈ ਬੈਤ ਕਰ ਲਈ ਕਿ ਮੈਂ ਇਹਦੀ ਤਰ੍ਹਾਂ ਇਬਾਦਤ ਕਰਨਾ ਇਹਦੇ ਕੋ ਸਿੱਖਾਂ ਪਰਨਾਲੇ ਕੋਲੋਂ ਕਹਿੰਦੇ ਨੇ ਮੈਂ ਬੜੀ ਕੋਸ਼ਿਸ਼ ਕੀਤੀ ਮਗਰ ਜੋ ਉਹਦੀ ਯਕਸੋਈ ਸੀ ਨਾ ਇਬਾਦਤ ਦੀ ਮੈਂ ਉਹ ਹਾਸਿਲ ਨਹੀਂ ਕਰ ਪਾਇਆ ਤੇ ਜਦੋਂ ਬੰਦਾ ਇੱਕ ਖਾਸ ਰੂਹਾਨੀ ਮੁਕਾਮ ਤੇ ਪਹੁੰਚ ਜਾਏ ਨਾ ਫਿਰ ਉਹਨੂੰ ਆਵਾਜ਼ ਦੇ ਵਿੱਚ ਹਵਾ ਦੇ ਜਿਹੜੀ ਗੁੰਗਨਾਹਟ ਕਹਿ ਲੋ ਜਾਂ ਹਵਾ ਦੀ ਆਵਾਜ਼ ਹੁੰਦੀ ਉਹਦੇ ਵਿੱਚ ਵੀ ਖੁਦਾ ਦਾ ਕਲਾਮ ਮਿਲਦਾ ਹੈ ਡਾਕਟਰ ਸਾਹਿਬ ਮੈਂ ਤੁਸੀਂ ਚਲੋ ਅੱਛੀ ਗੱਲ ਹੈ ਤੁਸੀਂ ਜਿਹੜੀ ਮੇਰੇ ਨਾਲ ਸ਼ੇਅਰ ਕੀਤੀ ਕਿਉਂਕਿ ਮੈਨੂੰ ਇੱਕ ਵਾਕਿਆ ਯਾਦ ਆ ਗਿਆ ਜੀ ਜਿਹੜਾ ਮੈਂ ਸ਼ੇਅਰ ਕਰਨਾ ਪਸੰਦ ਕਰਾਂਗਾ ਜੀ ਉਹ ਮੈਂ ਬਲਿਸ ਦੀ ਗੱਲ ਇਸੇ ਕਰਕੇ ਕਰ ਰਿਹਾ ਸੀ ਕਿ ਉਹ ਕਿਤਾਬ ਵੀ ਮੇਰੇ ਪਰਸਨਲ ਐਕਸਪੀਰੀਐਂਸਸ ਸੀਗੇ ਉਹਨਾਂ ਸਾਰਿਆਂ ਦੇ ਵਿੱਚ ਹੀ ਮਤਲਬ ਡਿਟੇਲ ਦੇ ਵਿੱਚ ਲਿਖਿਆ ਹੋਇਆ ਵੀ ਕਿਸ ਤਰ੍ਹਾਂ ਕਮਿਊਨੀਕੇਸ਼ਨ ਹੈ ਜਿਹੜੀ ਗੋਡ ਦੇ ਨਾਲ ਆਪਾਂ ਹਾਸਲ ਕਰਨੀ ਹੈ ਜਾਂ ਬਾਹਰ ਕਿਵੇਂ ਹਾਸਲ ਕਰਨੀ ਹੈ ਮੈਂ ਇੱਕ ਦਿਨ ਸਵੇਰੇ ਜਾ ਕੇ ਮੇਰੀ ਆਦਤ ਹੁੰਦੀ ਸੀ ਸੈਰ ਕਰਨ ਗਿਆ ਮੈਂ ਬੈਠ ਜਾਂਦਾ ਸੀ ਬਾਹਰ ਜਾ ਕੇ ਉਹ ਸਪੇਸ ਦੇ ਵਿੱਚ ਤੇ ਉੱਥੇ ਬੈਠ ਕੇ ਥੋੜਾ ਮੈਂ ਕੰਸੈਂਟਰੇਟ ਕਰਦਾ ਸੀ ਠੀਕ ਹੈ ਧੁੰਦ ਸੀਗੀ ਕੁਝ ਪਤਾ ਨਹੀਂ ਸੀ ਲੱਗ ਰਿਹਾ ਥੋੜੇ ਚਿਰ ਬਾਅਦ ਨਾ ਮੈਨੂੰ ਚਰਚਰ ਦੀ ਆਵਾਜ਼ ਸੁਣਾਈ ਦਿੱਤੀ ਤੇ ਧੁੰਦ ਹਟੀ ਤਾਂ ਮੈਂ ਦੇਖਿਆ ਉੱਥੇ ਪਸ਼ੂ ਖੜੇ ਸੀ ਅੱਛਾ ਉਹਨੇ ਜਦ ਤੱਕ ਧੁੰਦ ਸੀਗੀ ਮੈਨੂੰ ਪਸ਼ੂ ਨਜ਼ਰ ਨਹੀਂ ਸੀ ਆ ਰਹੇ ਤੇ ਮੈਨੂੰ ਲੱਗ ਰਿਹਾ ਸੀ ਤੇ ਕੋਈ ਨਹੀਂ ਹੈਗਾ ਥੋੜੇ ਚਿਰ ਬਾਅਦ ਮੈਨੂੰ ਜੋ ਚਰਚਰ ਦੀ ਆਵਾਜ਼ ਸੁਣਾਈ ਦਿੱਤੀ ਧੁੰਦ ਹਟੀ ਤਾਂ ਮੈਨੂੰ ਲੱਗਿਆ ਵੀ ਇੱਥੇ ਪਸ਼ੂ ਹੈਗਾ ਠੀਕ ਹੈ ਉਹ ਇੱਕ ਮਿਸਟੀਕਲ ਐਕਸਪੀਰੀਅੰਸ ਦੀ ਸ਼ੁਰੂਆਤ ਸੀ ਮੇਰੇ ਲਈ ਕਿਉਂਕਿ ਉਸ ਤੋਂ ਬਾਅਦ ਮੈਂ ਕੀ ਸੋਚਣਾ ਸ਼ੁਰੂ ਕਰਤਾ ਕਿ ਇਹ ਪਸ਼ੂਆਂ ਦੀ ਆਵਾਜ਼ ਤਾਂ ਮੈਨੂੰ ਸੁਣਾਈ ਦੇਗੀ ਇੱਥੇ ਜਿਹੜੀ ਚਰੀ ਉੱਗੀ ਹੋਈ ਹੈ ਉਹ ਜਦੋਂ ਵੱਡੀ ਹੋ ਰਹੀ ਸੀ ਉਹਦੀ ਵੀ ਤੇ ਆਵਾਜ਼ ਆ ਰਹੀ ਹੋਣੀ ਹੈ ਹਾਂ ਬਿਲਕੁਲ ਇਸ ਤਰ੍ਹਾਂ ਹੀ ਜਿਹੜੇ ਜਾਨਵਰ ਨਿੱਕੇ ਨਿੱਕੇ ਤੁਰੇ ਫਿਰਦੇ ਆ ਜਿਹਨਾਂ ਨੂੰ ਆਪਾਂ ਕਦੇ ਕਿਸੇ ਗਿਣਤੀ 'ਚ ਨਹੀਂ ਲਿਆਂਦੇ ਉਹਨਾਂ ਦੀ ਵੀ ਤਾਂ ਕੋਈ ਆਵਾਜ਼ ਹੋਏਗੀ ਨਾ ਤਾਂ ਉੱਥੋਂ ਫਿਰ ਇੱਕ ਮਿਸਟੀਕਲ ਅਨੁਭਵ ਜਿਹੜਾ ਸੀ ਮੈਨੂੰ ਇਹ ਸ਼ੁਰੂ ਹੋਇਆ ਕਿ ਕਾਸਮਿਕ ਵਾਇਸ ਹੈ ਜਿਹੜੀ ਅਸੀਂ ਉਹ ਕਰਕੇ ਕਹਿੰਦੇ ਉਹ ਇਹ ਕਾਸਮਿਕ ਵਾਇਸ ਹੈ ਕਾਸਮਿਕ ਵਾਇਸ ਦੇ ਵਿੱਚ ਸਾਰੀਆਂ ਵਾਇਸਸ ਨੇ ਜਿਹੜੀਆਂ ਰਲੀਆਂ ਹੋਈਆਂ ਨੇ ਇੱਕ ਸਮਝਣ ਲਈ ਉਹਦੇ ਲਈ ਇਹ ਹੈਗਾ ਕਿ ਮੰਨ ਲਓ ਆਪਾਂ ਬਾਹਰ ਖੜੇ ਆ ਸੜਕ ਤੇ ਆਪਣੇ ਕੋਲੋਂ ਬੱਸ ਲੰਘ ਰਹੀ ਆ ਬੱਸ ਔਰ ਬੱਸ ਦੇ ਵਿੱਚ 50-60 ਸਵਾਰੀਆਂ ਬੈਠੀਆਂ ਨੇ ਔਰ ਉਹ ਗੱਲਾਂ ਕਰ ਰਹੀਆਂ ਨੇ ਆਪਸ ਵਿੱਚ ਕੰਡਕਟਰ ਵੀ ਗੱਲਾਂ ਕਰ ਰਹੇ ਆ ਆਪਾਂ ਨੂੰ ਸਾਰਿਆਂ ਨੂੰ ਉਸ ਬੱਸ ਦਾ ਕੀ ਸੁਣਾਈ ਦੇਗਾ ਗੱਲਾਂ ਸੁਣਨਗੇ ਆਪਾਂ ਨੂੰ ਨਹੀਂ ਸੁਣਦੀਆਂ ਆਪਾਂ ਨੂੰ ਸਿਰਫ ਬੱਸ ਦੀ ਸ਼ੂ ਬਸ ਆ ਸੁਣਾਈ ਆਪਣੇ ਕੋਲ ਲੱਗੀ ਉਹ ਇਸ ਤਰ੍ਹਾਂ ਹੀ ਪਲੈਨਟ ਦੇ ਕੋਲ ਦੀ ਲੰਘ ਰਿਹਾ ਅਰਥ ਦੇ ਕੋਲ ਦੀ ਹੋਰ ਪਲੈਨਟਸ ਲੰਘ ਰਹੇ ਨੇ ਠੀਕ ਹੈ ਨਾ ਹਾਂਜੀ ਬਿਲਕੁਲ ਸਾਰੀਆਂ ਆਵਾਜ਼ਾਂ ਨੇ ਜਿਹੜੀਆਂ ਦਬ ਜਾਂਦੀਆਂ ਨੇ ਉਸ ਆਵਾਜ਼ ਦੇ ਵਿੱਚ ਸਾਰੀਆਂ ਬਲੈਂਡਡ ਵਾਇਸਸ ਨੇ ਜਿਹੜੀਆਂ ਦੇ ਆਰ ਕਾਸਮਿਕ ਔਰ ਉਹ ਖੁਦਾ ਦੀ ਮਰਜ਼ੀ ਹੈ ਕਿ ਉਹਨੂੰ ਕਿਸੇ ਨੂੰ ਕੰਨ ਦੇ ਦੇ ਤੇ ਉਹ ਬਲੈਂਡਡ ਵਾਇਸਸ ਦੇ ਵਿੱਚੋਂ ਹਰ ਆਵਾਜ਼ ਨੂੰ ਅਲੱਗ-ਅਲੱਗ ਵੀ ਸੁਣ ਲੈਂਦਾ ਨੈਚੁਰਲੀ ਕਈ ਵਾਇਸਸ ਸਾਇਲੈਂਟ ਵੀ ਹੁੰਦੀਆਂ ਨੇ ਹਾਂ ਉਹ ਕਹਿੰਦਾ ਨਾ ਸਾਇਲੈਂਸ ਵੀ ਇੱਕ ਆਵਾਜ਼ ਹੈ ਉਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਤੁਹਾਡੀ ਇੱਕ ਹੋਰ ਕਿਤਾਬ ਵੀ ਹੈ ਅੰਗਰੇਜ਼ੀ ਦੇ ਵਿੱਚ ਲੋਟਸ ਗਾਲਿਬਨ ਨਾਂ ਹੈ ਉਹਦੇ ਮੁਤਲਕ ਕੁਝ ਦੱਸੋ ਸਾਨੂੰ ਲਸਟਸ ਅੱਛਾ ਸੌਰੀ ਲਸਟਸ ਕਿਤਾਬ ਹੈ ਮੇਰੇ ਤੋਂ ਬੁੱਕ ਹਾਲੇ ਆਈ ਨਹੀਂ ਬਸ ਛਪ ਗਈ ਹੈ ਵੈਸੇ ਤੁਹਾਡੇ ਕੋਲ ਉਹਦਾ ਕਵਰ ਹੈਗਾ ਇਫ ਯੂ ਕੈਨ ਸ਼ੋ ਇਟ ਲੈਟ ਮੀ ਸੀ ਇਫ ਆਈ ਕੈਨ ਚਲੋ ਆਪਾਂ ਇਹਦੇ ਬਾਰੇ ਗੱਲ ਕਰ ਲੈਂਦੇ ਹਾਂ ਇਨ 2 ਮਿੰਟ ਮੈਂ ਦੇਖਣਾ ਸਕਰੀਨ ਸ਼ੇਅਰ ਕਰਨਾ ਨਾ ਤੁਹਾਡੇ ਨਾਲ ਇਹ ਹੈ ਜੀ ਹਾਂ ਯੈਸ ਸੋ ਮੈਂ ਸਾਰੇ ਜੋ ਆਡੀਅנס ਹੈ ਉਹਨਾਂ ਨੂੰ ਇਹਦੇ ਬਾਰੇ ਦੱਸਣਾ ਚਾਹਨਾ 2-4 ਮਿੰਟ ਕਿ ਲਸਟ ਜਿਹੜੀ ਮੇਰੀ ਕਿਤਾਬ ਹੈ ਇਹ ਇੱਕ ਮਹਾਕਾਵ ਹੈ ਜੀ ਔਰ
ਇਸ ਦੇ ਵਿੱਚ ਲਸਟਸ ਹੈ ਜਿਹੜਾ ਉਹ ਸੈਟਨ ਦਾ ਹੀ ਇੱਕ ਰੂਪ ਹੈ। ਅੱਛਾ, ਪੈਰਾਡਾਈਜ਼ ਲੋਸਟ ਦੇ ਵਿੱਚ ਸੈਟਨ ਦੇ ਬਾਰੇ ਪੜ੍ਹਦੇ ਆ, ਲੜਾਈ ਦੇ ਬਾਰੇ ਪੜ੍ਹਦੇ ਆ ਕਿ ਕਿਸ ਤਰ੍ਹਾਂ ਦੇਵਤਿਆਂ ਦੀ ਤੇ ਸ਼ੈਤਾਨਾਂ ਦੀ ਲੜਾਈ ਹੋਈ। ਸੋ ਇਹ ਕਿਤਾਬ ਹੈ ਜਿਹੜੀ ਉਸ ਤੋਂ ਅੱਗੇ ਚੱਲਦੀ ਹੈ, ਔਰ ਇਹਦੇ ਵਿੱਚ ਕਿਉਂਕਿ ਫਿਕਸ਼ਨਲ ਐਲੀਮੈਂਟ ਨੇ ਜਿਹਨੂੰ ਮੈਂ ਨਿਓ ਮੈਥੋਲੋਜੀ ਕਿਹਾ, ਨਿਓ ਮੈਥੋਲੋਜੀ, ਕੁਝ ਨਵੀਆਂ ਗੱਲਾਂ ਮੈਂ ਆਪਣੇ ਵੱਲੋਂ ਪਾਈਆਂ ਨੇ, ਔਰ ਇੱਕ ਤਰ੍ਹਾਂ ਦਾ ਥ੍ਰਿਲਰ ਹੈ ਕਿਉਂਕਿ ਲਸਟਸ ਅੱਜ ਦੇ ਯੁੱਗ ਨੂੰ ਰਿਪਰੈਜ਼ੈਂਟ ਕਰਦਾ ਹੈ। ਇਸ ਕਰਕੇ ਜਿਹੜਾ ਹੀ ਇਜ਼ ਅ ਕਾਰਪੋਰੇਟ ਆਫ ਈਵਲ। ਸੈਟਨ ਸੀ ਉਹ ਪੁਰਾਣੇ ਜ਼ਮਾਨੇ ਦਾ ਬਦਮਾਸ਼ ਟਾਈਪ ਸੀ, ਜਿਵੇਂ ਪੁਰਾਣੇ ਗਬਰ ਸਿੰਘ ਸੀ, ਹੋਰ ਸੀਗੇ ਇਦਾਂ ਦੇ ਕਈ ਆਪਾਂ ਪੁਰਾਣੇ ਕਰੈਕਟਰ ਦੇਖਦੇ ਆ। ਉਹ ਜਦੋਂ ਬੁਰਾਈ ਵੀ ਕਰਦਾ ਸੀ ਨਾ, ਡਰ ਕੇ ਕਰਦਾ ਸੀ। ਉਹਦੇ ਕਰੈਕਟਰ ਸੀਗੇ ਉਹ ਚੰਗੇ ਕੱਪੜੇ ਪਾਉਂਦੇ ਸੀ ਔਰ ਬੜੇ ਡੀਸੈਂਟ ਲੋਕ ਰਹੇ, ਪਰ ਅੰਦਰੋਂ ਅੰਦਰੋਂ ਗੜਬੜ ਕਰਦੇ ਸੀ, ਮਤਲਬ ਓਪਨਲੀ ਨਹੀਂ ਕਰਦੇ। ਲੇਕਿਨ ਜਿਹੜਾ ਅੱਜ ਦੇ ਯੁੱਗ ਦੇ ਵਿੱਚ ਬੁਰਾਈ ਹੈ ਜਿਹੜੀ ਉਹ ਬਹੁਤ ਬੇਸ਼ਰਮੀ, ਬੜੀ ਐਰੋਗੈਂਸ ਦੇ ਨਾਲ, ਬੜੀ ਕੌਨਫੀਡੈਂਸ ਦੇ ਨਾਲ ਅਸੀਂ ਦੇਖ ਰਹੇ ਹਾਂ। ਇਸ ਕਰਕੇ ਲਸਟਸ ਅੱਜ ਦੇ ਯੁੱਗ ਨੂੰ ਕਾਰਪੋਰੇਟ ਈਵਲ ਹੈ ਜਿਹੜੀ ਉਸ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ। ਔਰ ਉਹਦੀ ਜਿਹੜੀਆਂ ਫੋਰਸਿਸ ਨੇ ਅਸੀਂ ਦੇਖਦੇ ਹਾਂ ਕਿ ਉਹ ਪ੍ਰੈਸ ਕਾਨਫਰੰਸ ਵੀ ਕਰਦਾ ਹੈ ਔਰ ਉਹ ਰੈਪ ਮਿਊਜ਼ਿਕ ਵੀ ਸੁਣਦਾ ਹੈ। ਫੀਅਰ, ਕਨਸਪੀਰੇਸੀ ਇਦਾਂ ਦੇ ਕਰੈਕਟਰ ਨੇ ਜਿਹੜੇ ਉਹਦੇ EMPLOYEES ਹੈਗੇ ਆ। ਸੋ ਫਿਰ ਉਹਨਾਂ ਦੀ ਜਿਹੜੀ ਕਿ ਪ੍ਰੈਸ ਕਾਨਫਰੰਸ ਕਰਦੇ ਆ ਤਾਂ ਇੱਕ ਉਹਦਾ ਮੀਡੀਆ ਹੈ, ਉਹਦਾ ਨਾਮ ਹੈ ਕਿਲਰ ਇਨਸਟਿੰਕਟ। ਇਸ ਤਰ੍ਹਾਂ ਦੇ ਮਤਲਬ ਹੈਗਾ। ਜਿਹੜਾ ਮਸਲਾ ਹੈ, ਇੱਕ ਤਾਂ ਉਹਨੇ ਸਾਰੇ ਐਕੈਡਮਿਕਸ, ਸਾਰੇ ਇੰਡਸਟਰੀਅਲਿਸਟ, ਸਾਰੇ ਇੰਜੀਨੀਅਰਸ ਗੋਡ ਨੂੰ, ਬਲਕਿ ਉਹ ਕਹਿੰਦਾ ਜਦੋਂ ਸਾਹਮਣੇ ਚੈਲੰਜ ਕਰਦਾ ਜਾ ਕੇ, ਜਿਵੇਂ ਦੋ ਆਮਣੇ ਸਾਹਮਣੇ ਲੜਾਈ ਹੁੰਦੀ ਹੈ, ਉਹ ਗੋਡ ਨੂੰ ਕਹਿੰਦਾ ਤੇਰੇ ਜਿੰਨੇ ਵੀ ਪੜ੍ਹੇ ਲਿਖੇ ਲੋਕ ਹੈ ਤੇ ਤੇਰੇ ਟੈਕਨੋਕਰੈਟ ਹੈ, ਜਿੰਨੇ ਤੇਰੇ ਸਾਇੰਟਿਸਟ ਹੈ, ਉਹ ਤਾਂ ਮੇਰੇ ਨਾਲ ਨੇ। ਵਾਟ ਇਜ਼ ਵਿਦ ਯੂ, ਕਿਹਦੇ ਨਾਲ ਲੜਾਈ ਲੜੇਗਾ ਮੇਰੇ ਨਾਲ? ਮਤਲਬ ਤੁਸੀਂ ਦੇਖੋ ਕਿ ਸ਼ੈਤਾਨ ਦੀ ਜੋ ਐਮਪਾਇਰ ਹੈ, ਇਟ ਇਜ਼ ਸੋ ਪਾਵਰਫੁਲ ਦਿਸ ਡੇਜ਼। ਬਿਲਕੁਲ ਠੀਕ ਹੈ ਨਾ। ਮੈਂ ਕਈ ਵਾਰੀ ਸੋਚਦਾ ਹੁੰਦਾ ਕਿ ਜਿਵੇਂ ਆਪਾਂ ਕਹਿ ਰਹੇ ਨਾ ਵੀ ਪਰਮਾਤਮਾ ਨੂੰ ਜਿਵੇਂ ਸਿੱਖੀਜ਼ਮ ਦੇ ਵਿੱਚ ਨਾਲ ਤਾਂ ਨਿਰਗੁਣ ਮੰਨਿਆ ਗਿਆ, ਨਾਲੇ ਸਰਗੁਣ ਮੰਨਿਆ ਗਿਆ। ਸ਼ਕਲ ਵੀ ਹੈਗੀ ਹੈ ਤੇ ਉਹਦੀ ਕੋਈ ਸ਼ਕਲ ਨਹੀਂ। ਇਸ ਤਰ੍ਹਾਂ ਦਾ ਇੱਕ ਕਨਸੈਪਟ ਹੈ ਸਰਗੁਣ ਤੇ ਨਿਰਗੁਣ ਦਾ, ਸਰਗੁਣ ਤੇ ਨਿਰਗੁਣ ਦਾ ਕਨਸੈਪਟ। ਔਰ ਮੈਂ ਸੋਚਦਾ ਕਿ ਸ਼ੈਤਾਨ ਵੀ ਕਿਸੇ ਤਰ੍ਹਾਂ ਘੱਟ ਨਹੀਂ ਹੈਗਾ। ਬਿਲਕੁਲ। ਉਹ ਵੀ ਜੇ ਆਪਾਂ ਇੱਕ ਫਿਗਰ 'ਚ ਲੱਭਣ ਦੀ ਕੋਸ਼ਿਸ਼ ਕਰੀਏ ਤਾਂ ਨਹੀਂ ਕਰ ਸਕੋਗੇ। ਕਿਉਂ? ਉਹਦੇ ਸਪਲਿੰਟਰਸ ਨੇ ਜਿਹੜੇ ਤੁਹਾਨੂੰ ਹਰ ਆਦਮੀ 'ਚ ਮਿਲਣਗੇ। ਬੜੀ ਇਜ਼ ਅ ਪਾਰਟ ਆਫ ਹਿਸ ਆਰਮੀ। ਅੱਛਾ, ਜਿਹੜਾ ਖੁਦਾ ਨਾਲ ਮੁਕਾਲਮਾ ਕਰਦਾ ਕਿ ਤੇਰੇ ਕੋਲ ਕੀ ਹੈ, ਉਹਦਾ ਕੀ ਜਵਾਬ ਆਉਂਦਾ ਹੈ? ਹਾਂ, ਦਿਸ ਇਜ਼ ਇੰਟਰਸਟਿੰਗ। ਯਾਰ ਵੈਰੀ ਜਿਹੜੀ ਸਾਡੇ ਕੰਮ ਦੀ ਗੱਲ ਹੈ ਉਹ ਪੁੱਛੀ ਨਾ ਸੀ। ਪਰਮਾਤਮਾ ਨੂੰ ਇਹ ਕਹਿੰਦਾ ਕਿ ਤੈਨੂੰ ਪਤਾ ਜਦੋਂ ਮਹਾਭਾਰਤ ਹੋਈ ਸੀ, ਉਸ ਵੇਲੇ ਇੱਕ ਪਾਸੇ ਤਾਂ 18 ਲੱਖ ਕੌਰਵ ਸੀਗੇ ਔਰ ਪਾਂਡਵ ਸੀਗੇ 5, ਔਰ ਉਹਨਾਂ 5 ਨੇ ਹਰਾਤਾ ਸੀ। ਠੀਕ ਹੈ ਨਾ। ਕਹਿੰਦਾ ਤੂੰ ਇਹ ਨਾ ਸਮਝ ਵੀ ਮੈਂ ਐਵੇਂ ਬੈਠਾ ਇੱਥੇ। ਮਤਲਬ there is a fight, ਕਾਫੀ ਜ਼ਬਰਦਸਤ ਫਾਈਟ ਹੁੰਦੀ ਹੈ, ਵੈਰੀ ਇੰਟਰਸਟਿੰਗ। ਔਰ ਉਹਦੀ ਪ੍ਰੈਸ ਕਾਨਫਰੰਸਿਸ ਦੇ ਵਿੱਚ ਇਟ ਇਜ਼ ਬੀਇੰਗ ਰਿਪੋਰਟਡ, ਜਿਵੇਂ ਅੱਜ ਕੱਲ੍ਹ ਦੇ ਯੁੱਗ 'ਚ ਹੋ ਰਿਹਾ। ਮੈਂ ਸ਼ੁਰੂ ਦੇ ਵਿੱਚ ਵੀ ਇਹਨੂੰ ਅੱਜ ਕੱਲ੍ਹ ਦੇ ਵੈਬ ਸੀਰੀਜ਼ ਨੂੰ ਹੀ ਕਾਪੀ ਕੀਤਾ, ਜਿਹਦੇ ਵਿੱਚ ਮੈਂ ਲਿਖਿਆ ਕਿ ਇਟ ਇਜ਼ ਰੇਟਡ 18। ਇਹਦਾ ਇਟ ਇਜ਼ ਅ ਥ੍ਰਿਲਰ, there is violence, there is sex, there is war, there is new mythology. This I have just actually, it is a satire. ਫਿਰ ਇਹ ਵੀ ਲਿਖਿਆ ਕਿ it is a work of fiction। ਔਰ ਅੱਜ ਦੇਖੋ ਕਿ ਜਿੰਨਾ ਵੀ ਐਂਟਰਟੇਨਮੈਂਟ ਹੋ ਰਹੀ ਹੈ ਉਹਦੇ ਉੱਤੇ ਲਿਖਿਆ ਹੁੰਦਾ ਹੈ it is only for entertainment of the people। ਸੋ ਮੈਂ ਇਹਦਾ ਸੈਟਾਇਰ ਇੱਕ ਤਰ੍ਹਾਂ ਦਾ ਕੀਤਾ ਹੈ ਵੀ ਸਾਰਾ ਕੁਝ ਅਗਰ is it for our entertainment? Is it for our entertainment? I have argued that it is for entertainment, or if there is any resemblance, it is coincidental। Then there is also one line, no ਉਹਦੇ ਨਾਲ ਬੰਦਾ ਲੀਗਲ ਇਸ਼ੂਜ਼ ਤੋਂ ਬਚ ਜਾਂਦਾ ਹੈ। no animals were harmed। So I have written
no animals, no birds, no plants are harmed. Now, this is, you know, sort of a stare on this. Halake, they do, no, Dr. Sir, please. What I feel is that when we say that it is a work of fiction, there is nobody in it. Actually, there is somebody in it. Only then we need to define. Exactly. Fiction ਤੇ ਇੱਕ ਪਰਦਾ ਹੁੰਦਾ ਨਾ, ਪਰਦੇ ਦੇ ਅੰਦਰ ਰਹਿ ਕੇ ਇਸ਼ਾਰੇ ਦੇ ਨਾਲ ਗੱਲਬਾਤ ਹੁੰਦੀ ਹੈ. Exactly. So this is a work which has been reviewed by the people, very important people, and they have given very good reviews about it. ਅਗਰ ਮੈਂ ਕਹਾਂ ਕਿ ਤੁਹਾਡਾ ਕੰਮ ਜਿਹੜਾ ਹੈ as a part of your revolution, put in. ਹਾਂ, ਰੈਵੋਲੂਸ਼ਨ ਤੇ ਹੈ ਹੀ, ਰੈਵੀਲੇਸ਼ਨਸ ਨੇ ਜਿਹੜੇ ਮੇਰੇ ਰੱਬ ਦੇ ਬਾਰੇ, ਸੱਚਾਈ ਦੇ ਬਾਰੇ, ਗੋਡਲੀਨੈਸ ਦੇ ਬਾਰੇ, ਸਪਿਰਿਚੁਅਲਿਟੀ ਦੇ ਬਾਰੇ, ਐਵਰੀਥਿੰਗ ਯੂ ਵਿਲ ਫਾਈਂਡ ਇਨ ਦਿਸ. ਅਗਰ ਮੈਂ ਵੀ ਕਹਾਂ ਤੁਹਾਡੀ ਗੱਲਾਂ ਤੋਂ ਮੈਂ ਸਮਝਦਿਆ ਹੋਇਆ ਕਿ ਤੁਸੀਂ ਇਸ ਪੂਰੇ ਕਿਤਾਬ ਦੇ ਵਿੱਚ ਖੁਦਾ ਦੀ ਨੁਮਾਇੰਦਗੀ ਕੀਤੀ ਹੈ ਸ਼ੈਤਾਨ ਦੀ ਨਹੀਂ. ਦੇਖੋ, ਮੈਂ ਸ਼ੈਤਾਨ ਨੂੰ ਬਹੁਤ ਖਤਰਨਾਕ ਦਿਖਾਇਆ. ਹਾਂਜੀ, ਖਤਰਨਾਕ ਦਿਖਾਉਣਾ ਜ਼ਰੂਰੀ ਸੀ, ਕਿਉਂਕਿ ਅੱਜ ਕੱਲ ਦੇ ਲੋਕ ਖਤਰਨਾਕ ਚੀਜ਼ ਹੀ ਦੇਖਦੇ ਆ. ਹਾਂਜੀ, ਔਰ ਉਹਦੇ ਖਤਰੇ ਤੋਂ ਪਤਾ ਲੱਗਦਾ ਕਿ ਉਹਦਾ ਮੁਕਾਬਲਾ ਕਰਨ ਵਾਲਾ ਜਾਂ ਉਹਦੇ ਸਾਹਮਣੇ ਜਿਹੜਾ ਖੜਾ ਹੈ ਉਹਦੀ ਅਜ਼ਮਤ ਕੀ ਹੋਏਗੀ. ਯੈਸ, ਔਰ ਦੂਸਰੀ ਗੱਲ ਇਹ ਹੈ ਕਿ ਜਦੋਂ ਆਪਾਂ ਇਹ ਦੇਖਦੇ ਹਾਂ ਕਿ ਪ੍ਰਮਾਤਮਾ ਵੀਕ ਹੈਗਾ ਔਰ ਉਹਦੀਆਂ ਵੀਕਨੈਸਸ ਕੀ ਨੇ ਔਰ ਇਸ ਬੰਦੇ ਦੀਆਂ ਸਟਰੈਂਥਸ ਕੀ ਨੇ. ਸਟਰੈਂਥ ਵੀ ਆਊਟਲਾਈਨ ਕੀਤੀਆਂ ਨੇ ਹੌਲੀ ਹੌਲੀ. 10 ਕਮਾਂਡਮੈਂਟਸ ਵੀ ਉਹ ਦਿੰਦਾ ਹੈਗਾ. ਉਹ ਆਪਣੇ ਕੰਸਟੀਟਿਊਸ਼ਨ ਨੂੰ ਲਸਟੀਟਿਊਸ਼ਨ ਕਹਿੰਦਾ ਹੈ. ਉਹ ਕਹਿੰਦਾ try to justify everything that you are doing. ਉਹਦਾ ਸਿਸਟਮ ਹੈ ਜਸਟਿਸ ਸਿਸਟਮ, ਉਹਨੂੰ ਕਹਿੰਦਾ it is justice, not justice. So in a way, if we apply this to our modern world, you will find it absolutely justified. Exactly. Lusters is in every home. Lusters is in every heart. And we have to drive him out from our hearts. This is the message of this book. ਤੁਸੀਂ ਇਹ ਫੀਲ ਕਰਦੇ ਹੋ? ਤੁਹਾਡੀ ਗੱਲਾਂ ਤੇ ਮੈਨੂੰ ਫੀਲ ਹੁੰਦਾ ਹੈ ਕਿ ਜਿਸ ਤਰ੍ਹਾਂ ਇਕਬਾਲ ਦੀ ਹੈ ਨਾ ਸ਼ਿਕਵਾ ਔਰ ਜਵਾਬੇ ਸ਼ਿਕਵਾ, ਤੇ ਇਹ ਉਹਦਾ ਕੋਈ ਕਹਿ ਲੋ ਕਿ ਉਹਦੀ ਐਕਸਟੈਂਸ਼ਨ ਹੈ ਉਸ ਤਰ੍ਹਾਂ, ਉਸ ਤਰਜ਼ ਦੇ ਉੱਤੇ ਤੁਹਾਡੀ ਕਿਤਾਬ ਹੈ. ਦੇਖੋ, ਬੇਸਿਕਲੀ ਵਾਟ ਆਈ ਥਾਟ ਵਾਸ ਕਿ ਮੈਨੂੰ ਇਹ ਲੱਗ ਰਿਹਾ ਸੀ ਕਿ ਸੇਟਨ ਜਿਹੜਾ ਹੈ ਉਹ ਬਜ਼ੁਰਗ ਹੋ ਗਿਆ ਔਰ ਬਹੁਤ ਵੀਕ ਸੀਗਾ. ਅੱਛਾ, ਠੀਕ ਹੈ. ਕੰਮ ਦੇ ਵਿੱਚ, ਔਰ ਅੱਜ ਦਾ ਯੁੱਗ ਹੈ ਜਿਹੜਾ, ਸੇਟਨ ਉਹ ਕੰਮ ਨਹੀਂ ਕਰ ਸਕਦਾ ਜੋ ਅੱਜ ਦੇ ਯੁੱਗ 'ਚ ਹੋ ਰਿਹਾ, ਜਿੰਨਾ ਪੋਲਿਟਿਕਸ ਦੇ ਵਿੱਚ ਡਿਟੋਰੇਸ਼ਨ ਹੋਈ ਹੈ, ਐਕੈਡਮਿਕਸ ਵਿੱਚ ਹੋਈ ਹੈ, ਔਰ ਈਵਨ ਜਿਹੜੀ ਸਾਡਾ ਸੇਂਟਲੀ ਵਰਲਡ ਹੈ, ਬਿਲਕੁਲ ਠੀਕ ਹੈ ਨਾ ਜੀ, ਉਹਦੇ ਵਿੱਚ ਕਿੰਨੀ ਡਿਟੋਰੇਸ਼ਨ ਹੈ. ਆਲ ਥੀਸ ਥਿੰਗਸ ਨੀਡਡ ਵੈਰੀ ਹਾਰਡ ਟ੍ਰੀਟਮੈਂਟ. Exactly. बिल्कुल ऐसे ही. It's a very ruthless analysis of the world. Ruthless analysis. Or we wish that we return from. Actually, what Lustus is thinking is he has developed a homovid vaccination. He is trying to impact or imperialize nature also. Up to now he has imperialized human beings. Okay. Now nature is still in its balance. Because nature, if you आप कोई भी चीज जलाओ, सॉरी बीजो, तो वो वही पैदा होती है. ऐसे ही. ठीक है ना. आदमी में ऐसा नहीं है. सोच विचार की बात हो जाती है. तो वो कोशिश कर रहा है कि मैं जो पेड़ हैं, जो पशु है, इनको भी थोड़ी सी ह्यूमन कॉन्शियसनेस इम्पार्ट कर दूं, ताकि ये सेवा करनी बंद कर दें जैसे वो करते. लवली प्लान. तो बेसिकली सर, डॉक्टर साहब, बेसिकली क्या जो नॉलेज का जो कंसेप्ट है ना, ईव को जो उसने कहा था कि एप्पल वो खाना है, फ्रूट ऑफ नॉलेज जो उन्होंने खाया, मैंने इसको वहीं से शुरू किया. अच्छा. रामायण में एक, रामायण से शुरू होती है ये बुक. सबसे पहला सीन एक रामायण का है जिसमें रावण आकर सीता को एब्डक्ट करता है, एब्डक्ट करके ले जाता है वो. तो मैंने वहां से इस बात को पिक किया है कि रावण 10 सिर वाला था, 10 सिर. अब
10 सिर का मतलब ये नहीं कि उसके 10 सिर लगे हुए थे. He had the wisdom of 10 heads, 10 people, 10 people. एक फिजिकल रिप्रेजेंटेशन है. तो अब क्या है कि इतना सियाना आदमी was unable to process his knowledge. We people are also after knowledge, and we are suffering from lack of wisdom, and Rahul also suffered from lack of wisdom. ਡਾਕਟਰ ਸਾਹਿਬ ਮੇਰਾ ਤੇ ਤੁਹਾਡੀ ਗੱਲਾਂ ਸੁਣ ਕੇ ਨਾ ਦੋ ਚੀਜ਼ਾਂ, ਇੱਕ ਤੇ ਮਜ਼ਾ ਬਹੁਤ ਆ ਰਿਹਾ ਕਿਉਂਕਿ ਬੜੀ ਹੀ ਕਹਿ ਲਓ ਤੁਸੀਂ ਇੰਟੈਲੈਕਚੁਅਲ ਔਰ ਸਪਿਰਿਚੁਅਲ ਵਿਜ਼ਡਮ ਦੀ ਕੰਬੀਨੇਸ਼ਨ ਹੈ ਤੁਹਾਡੀ ਗੁਫ਼ਤਗੂ ਦੇ ਵਿੱਚ, ਨੰਬਰ 1. ਨੰਬਰ 2, ਬੜੀ ਸ਼ਾਨਦਾਰ ਟਰਮੀਨੋਲੋਜੀ ਹੈ ਜਿਹੜੀ ਮੈਂ ਸੁਣ ਕੇ ਨਾ ਤੇ ਇੱਕ ਬੰਦੇ ਦੇ ਕਹਿੰਦੇ ਨੇ ਨਾ ਜ਼ੇਨ ਦੇ ਦਰਵਾਜ਼ੇ ਬੰਦ ਖੁੱਲ ਜਾਂਦੇ ਨੇ ਕਿ ਅੱਛਾ ਇਸ ਟਰਮੀਨੋਲੋਜੀ ਤੋਂ ਬੰਦੇ ਨੂੰ ਇੱਕ ਰੈਵੋਲੂਸ਼ਨ ਹੁੰਦੀ ਕਿ ਅੱਛਾ ਇਹ ਕਨਸੈਪਟ ਵੀ ਹੈ. ਉਹ ਵੀ ਖੁਦਾ ਨੇ ਤੁਹਾਨੂੰ ਬਹੁਤ ਜ਼ਿਆਦਾ ਇਨਾਇਤ ਕੀਤੀ ਹੈ. ਇਹ ਬੁੱਕ ਪੋਇਟਰੀ ਸੁਸਾਇਟੀ ਆਫ ਇੰਡੀਆ ਤੋਂ ਛਪੀ, ਕਿੰਨੇ ਸਫੇ ਹੋਣਗੇ ਇਹਦੇ? ਇਸ ਦੇ 145 ਸਫੇ ਹੈ ਜੀ. ਅੱਛਾ, ਤਬਲੀਗ 145, ਔਰ ਇਹਦੇ ਵਿੱਚ 7-8 ਕ੍ਰਿਟੀਕਲ ਰਿਵਿਊਜ਼ ਵੀ ਹੈ. ਟੋਟਲ ਇਟ ਇਜ਼ 200 ਪੇजेस. ਬਟ ਤੁਹਾਡੀ ਗੁਫ਼ਤਗੂ ਤੋਂ ਜੋ ਮੈਂ ਸਮਝ ਗਿਆ ਨਾ ਕਿ ਇਹ ਬੜੀ ਸ਼ਾਨਦਾਰ ਕਿਤਾਬ ਹੋਈ, ਔਰ ਜਿਸ ਤਰ੍ਹਾਂ ਤੁਸੀਂ ਆਪਣੇ ਕਨਸੈਪਟਸ ਨੂੰ ਇਸ ਕਿਤਾਬ ਦੀ ਸ਼ਕਲ ਦੇ ਵਿੱਚ ਸਮਰਾਈਜ਼ ਕੀਤਾ ਨਾ, ਇਹਨੂੰ ਸਮਝਣ ਲਈ ਸਮਝ ਕੇ ਵੀ ਅਕਲ ਆਏਗੀ ਔਰ ਇਹਨੂੰ ਸਮਝਣ ਵਾਸਤੇ ਵੀ ਅਕਲ ਚਾਹੀਦੀ ਹੈ. ਉਹ ਜਿਹੜੀ ਅਸੀਂ ਸ਼ੁਰੂ 'ਚ ਗੱਲ ਕੀਤੀ ਸੀ ਨਾ, ਫਲੋ ਆਫ ਲਾਈਫ, ਇਹਦੇ ਨਾਲ ਫਲੋ ਆਫ ਲਾਈਫ ਅੱਜ ਦੇ ਦੌਰ ਦਾ ਸਮਝ ਆ ਜਾਏਗਾ ਕਿ ਫਲੋ ਆਫ ਲਾਈਫ ਕਿੱਧਰ ਨੂੰ ਹੈ ਤੇ ਅਸੀਂ ਕਿਹੜੀ ਸ਼ੈ ਤੋਂ ਬਚਣਾ ਤੇ ਕਿਹੜੇ ਪਾਸੇ ਅਸੀਂ ਜਾਣਾ ਹੈ. ਔਰ ਮੈਂ ਸਮਝਦਾ ਤੁਹਾਡੀ ਗੁਫ਼ਤਗੂ ਦੇ ਨਤੀਜੇ 'ਚ ਮੈਂ ਵੀ ਕਹਾਂਗਾ ਕਿ ਇਹ ਸਾਰਾ ਐਨਾਲਿਸਿਸ ਕਰਕੇ ਤੁਸੀਂ ਇੱਕ ਉਮੀਦ ਦਿੱਤੀ ਹੈ ਬੰਦੇ ਨੂੰ ਕਿ ਘਬਰਾਣਾ ਨਹੀਂ, ਕਿਉਂਕਿ ਉਹ ਕਹਿੰਦੇ ਨੇ ਪਲੀਜ਼ ਕੈਰੀ ਔਨ ਕਿ ਜਿੱਧਰ ਖੁਦਾ ਹੋਵੇ ਨਾ ਮੈਜੋਰਿਟੀ ਉਧਰ ਹੀ ਹੁੰਦੀ ਹੈ, ਭਾਵੇਂ ਇੱਕ ਬੰਦਾ ਹੋਵੇ ਨਾਲ. ਕ੍ਰੀਏਟਰ ਨੂੰ ਹਰਾਣਾ ਪੋਸੀਬਲ ਨਹੀਂ ਬੰਦੇ ਕੋਲੇ. ਹਾਂ, ਬਿਲਕੁਲ ਸਹੀ, ਬਿਲਕੁਲ ਐਸੇ ਹੀ. ਤੇ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ. ਬਹੁਤ ਟਾਈਮ ਲੰਘਿਆ, ਮਗਰ ਮੇਰੇ ਲਈ ਬਿਲਕੁਲ ਐਵੇਂ ਛੋਟਾ ਜਿਹਾ ਟਾਈਮ ਹੈ ਤੇ ਮੈਂ ਇਸ ਛੋਟੇ ਦੇ ਟਾਈਮ ਦੇ ਵਿੱਚ ਨਾ ਮੈਂ ਸਮਝਣਾ ਮੈਂ ਬਹੁਤ ਕੁਝ ਸਿੱਖਿਆ ਜ਼ਾਤੀ ਤੌਰ ਤੇ. ਐਂਡ ਆਮ ਸ਼ੋਰ ਕਿ ਸਾਡੇ ਜਿੰਨੇ ਜਾਣਨ ਵਾਲੇ ਨੇ ਉਹ ਵੀ ਸਿੱਖ. ਤੁਸੀਂ ਕਦੀ ਪਾਕਿਸਤਾਨ ਤਸ਼ਰੀਫ ਲਿਆਏ? ਦੇਖੋ, ਮੇਰੀ ਇਹ ਖਾਹਿਸ਼ ਹੈ. ਹਾਂਜੀ, ਉਹ ਕਹਿੰਦੇ ਨੇ ਜਿਹਨੇ ਲਾਹੌਰ ਨਹੀਂ ਦੇਖਿਆ ਤੇ ਉਹ ਜੰਮਿਆ ਹੀ ਨਹੀਂ. ਹਾਂਜੀ ਹਾਂਜੀ. ਵੈਸੇ ਅਸੀਂ ਇਹ ਜਿਹੜਾ ਡਰਾਮਾ ਸੀ ਨਾ, ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਹੀ ਨਹੀਂ, ਇਹ ਅਸੀਂ ਇੱਥੇ ਕਾਫੀ ਦੇਰ ਹੋ ਗਈ, ਕਮ ਸੇ ਕਮ 10-12 ਸਾਲ ਹੋ ਗਏ. ਪਾਕਿਸਤਾਨ ਦੀ ਇੱਕ ਥੀਏਟਰ ਆਰਟਿਸਟ ਹੈ ਸ਼ੀਮਾ ਕਿਰਮਾਨੀ. ਹਾਂ, ਬਿਲਕੁਲ. ਉਹ ਲੈ ਕੇ ਹਿੰਦੁਸਤਾਨ ਚ ਆਏ ਸੀਗੇ ਤੇ ਅਸੀਂ ਇਹ ਡਰਾਮਾ ਆਰਗੇਨਾਈਜ਼ ਕਰਵਾਇਆ ਸੀ ਇੱਥੇ. ਅੱਛਾ, ਲਵਲੀ. ਬਠਿੰਡੇ ਚ ਕਰਵਾਇਆ ਸੀਗਾ ਉਸ ਵੇਲੇ. ਆਈ ਵਾਜ਼ ਇਨ ਬਠਿੰਡਾ. ਤੋ ਇਹ ਮੇਰੀ ਖਾਹਿਸ਼ ਹੈ ਕਿ ਮੈਂ ਲਾਹੌਰ ਜਾਵਾਂ, ਕਿਉਂਕਿ ਮੈਂ ਸਮਝਦਾ ਕਿ ਆਪਣੀ ਜਿਹੜੀ ਕਲਚਰ ਹੈ ਇਟ ਇਜ਼ ਵਨ. ਬੇਸਿਕ ਜੋ ਜਿਸ ਪਾਣੀ ਚੋਂ ਆਪਾਂ ਜਨਮ ਲੈਂਦੇ ਹਾਂ, ਜਿਸ ਜ਼ਮੀਨ ਚੋਂ ਜਨਮ ਲੈਂਦੇ ਹਾਂ, ਉਹ ਲਕੀਰਾਂ ਦਾ ਸੁਪਰਫਿਸ਼ੀਅਲ ਨੇ. ਹਾਂ, ਬਿਲਕੁਲ ਸੇਮ. ਔਰ ਇਸ ਤਰ੍ਹਾਂ ਹੀ ਇਹ ਖਾਹਿਸ਼ ਹੈ ਜਿਹੜੀ ਬਣੀ ਹੋਈ ਆ ਕਿਸੇ ਨਾ ਕਿਸੇ ਵੇਲੇ. ਬੇਸਿਕਲੀ ਮੈਂ ਸਮਝਦਾ ਹੁੰਦਾ ਕਿ ਵੀ ਆਰ ਸੁਪਰ ਕੰਟਰੋਲਡ ਬਾਈ ਦਾ ਪਾਵਰਸ ਅਬਵ. ਐਗਜ਼ੈਕਟਲੀ. ਜਦੋਂ ਵੀ ਹੁਕਮ ਹੋਏਗਾ, ਹਾਂ, ਜਦੋਂ ਤੁਹਾਨੂੰ ਕਰਤਾਰਪੁਰ ਤੋਂ ਬੁਲਾਵਾ ਆਣਾ ਨਾ, ਉਦੋਂ ਤੁਸੀਂ ਪਹੁੰਚ ਜਾਣਾ. ਹੁਣ ਮੈਂ ਤੁਹਾਡੀ ਲਾਈਨ ਨੂੰ ਥੋੜੀ ਜਿਹੀ ਚੇਂਜ ਕਰਦਾ. ਕਰਤਾਰ ਦਾ ਬੁਲਾਵਾ ਆਏਗਾ. ਕਰਤਾਰ ਦਾ, ਅੱਛਾ ਸੌਰੀ, ਕਿਉਂਕਿ ਮੈਂ ਕਰਤਾਰ ਬਾਬਾ ਗੁਰੂ ਨਾਨਕ ਨੇ ਜਦੋਂ ਤੁਹਾਨੂੰ ਬੁਲਾਣਾ ਨਾ ਆਪਣੇ ਖਿਦਮਤ ਦੇ ਵਿੱਚ, ਤੇ ਤੁਸੀਂ ਉਸੇ ਬਹਾਨੇ ਨਾਲ ਤੁਹਾਡਾ ਲਾਹੌਰ ਦਾ ਟ੍ਰਿਪ ਵੀ ਹੋ ਜਾਣਾ. ਤੇ ਸਾਡੀਆਂ ਫਿਰ ਮੈਂ ਨਨਕਾਣਾ ਮਨ ਹੋਏਗਾ ਜਾਣ ਦਾ. ਹਾਂ, ਨਹੀਂ ਤੁਸੀਂ ਆਓ, ਅੱਲਾਹ ਤਾਲਾ ਤੁਹਾਡੀਆਂ ਖੁਆਇਸ਼ ਪੂਰੀ ਕਰੇ. ਔਰ ਇੱਥੇ ਕਾਨਫਰੰਸ ਵਗੈਰਾ ਹੁੰਦੀਆਂ ਰਹਿੰਦੀਆਂ ਨੇ, ਮੈਂ ਵੀ ਕੋਸ਼ਿਸ਼ ਕਰਾਂਗਾ ਕਿ ਤੁਹਾਡਾ ਨਾਂ ਅੱਗੇ ਜਿਹੜੇ ਮੇਰੇ ਜਾਣਨ ਵਾਲੇ ਨੇ, ਇੱਥੇ ਅਕਸਰ ਲੋਕ ਆਉਂਦੇ ਰਹਿੰਦੇ ਨੇ ਇੰਡੀਆ ਦੇ ਕਾਨਫਰੰਸ ਵਾਸਤੇ, ਤੇ ਐਸੇ ਬਹਾਨੇ ਤੁਹਾਡੀ ਜ਼ਿਆਰਤ ਵੀ ਹੋ ਜਾਏਗੀ ਤੇ ਤੁਹਾਡਾ ਆਪਣੇ ਮੁਕੱਦਸ ਮੁਕਾਮਾਂ ਤੇ ਵੀ ਜ਼ਿਆਰਤ ਹੋ ਜਾਏਗੀ. ਇੱਥੋਂ ਦੀ ਜਿਹੜੀ ਕਮਿਊਨਿਟੀ ਹੈ, ਇਹ ਇੰਟਰਵਿਊ ਇਨਸ਼ਾਅੱਲਾ ਤੁਸੀਂ ਸਮਝ ਲਓ ਕਿ ਇਹ ਅੱਲਾ ਨੇ ਇਹਦੇ 'ਚ ਬਰਕਤ ਪਾਣੀ. ਮੈਂ ਤੇ ਬਹੁਤ ਕੁਝ ਸਿੱਖਿਆ ਆਪਣੇ ਕੋਲੋਂ, ਔਰ ਲੋਕ ਵੀ ਬਹੁਤ ਕੁਝ ਸਿੱਖਣਗੇ. ਤੇ ਫਿਲਮਾਂ ਦੇ ਦੇਖਣ ਦਾ ਸ਼ੌਕ ਹੈ. ਤੁਸੀਂ ਡਰਾਮੇ ਦੀ ਗੱਲ ਕੀਤੀ. ਯੈਸ, ਕਿਉਂਕਿ ਇੱਥੇ ਰਹਿ ਕੇ ਤਾਂ ਅਸੀਂ ਬਹੁਤ ਜ਼ਿਆਦਾ ਅੱਛੀਆਂ ਫਿਲਮਾਂ ਦੇਖੀਆਂ ਨਾ. ਉਹ ਬੜੀ ਮਸ਼ਹੂਰ ਫਿਲਮ ਸੀ ਕਾਲਾ ਸਿਆਹ ਕਾਲਾ. ਅੱਛਾ, ਉਹ ਇੱਥੇ ਬੜੀ
ਪਾਕਿਸਤਾਨੀ ਸੀਰੀਅਲਸ ਕਈ ਦੇਖੇ ਆ। ਅੱਛਾ, ਇਹ ਇਹ ਹੁਣ ਅਸੀਂ ਆਪਣੀ ਬਹੁਤ ਹਿਊਮਨ ਸਾਈਡ ਡਿਸਕਸ ਕਰਨੇ ਆ ਨਾ, ਅਸੀਂ ਇੰਟੈਲੈਕਚੁਅਲ ਸਾਈਡ ਤੇ ਬਹੁਤ ਅੱਛੇ ਡਿਸਕਸ ਲੱਗੇ ਮੈਨੂੰ। तो ਕਰੈਕਟਰਸ ਵੀ ਅੱਛੇ ਲੱਗੇ, ਫਿਰ ਖਾਸ ਕਰਕੇ ਜਿਹੜੀ ਲਾਈਫ ਦਿਖਾਈ ਜਾ ਰਹੀ ਸੀ ਉਹਦੇ ਵਿੱਚ, ਹਾਂ, ਉਹਨੂੰ ਦੇਖਣਾ, ਉਹਨਾਂ ਦੀ ਭਾਸ਼ਾ ਨੂੰ ਦੇਖਣਾ, ਬੜੀ ਮਿੱਠੀ ਭਾਸ਼ਾ ਹੈਗੀ ਆਪਸ ਵਿੱਚ ਗੱਲ ਕਰਨ ਦਾ, ਐਵਰੀਥਿੰਗ ਬਹੁਤ ਅੱਛੀ ਲੱਗੀ ਮੈਨੂੰ। ਅੱਛਾ, ਤੁਹਾਡੇ ਜਿਹੜਾ ਥਾਟ ਪ੍ਰੋਸੈਸ ਹੈ ਨਾ, ਮੈਂ ਇੱਕ ਡਰਾਮਾ ਰਿਕਮੈਂਡ ਕਰਾਂਗਾ, ਇੰਡੀਆ ਤੋਂ ਤੁਹਾਨੂੰ ਮਿਲ ਜਾਏਗਾ, ਮਨ ਚਲੇ ਕਾ ਸੌਦਾ। ਅੱਛਾ ਜੀ। ਇਸ਼ਫਾਕ ਅਹਿਮਦ ਦਾ ਲਿਖਿਆ ਹੋਇਆ, ਓਕੇ। ਉਹ ਫਕੀਰੀ ਦੇ ਉੱਤੇ ਹੈ ਸਾਰਾ। ਅੱਛਾ ਜੀ। ਇਹ ਜਿਹੜੀ ਤੁਸੀਂ ਜਿੰਨੀ ਵੀ ਗੁਫ਼ਤਗੂ ਫਰਮਾਈ ਹੈ ਨਾ, ਇਹ ਇਹਦੇ ਚ ਬੜੀ ਕਹਿ ਲਓ ਰਿਜ਼ੈਂਬਲੈਂਸ ਹੈ, ਬਹੁਤ ਜ਼ਿਆਦਾ। ਇਸ ਤਰ੍ਹਾਂ ਲੱਗਦਾ ਹੈ ਜਿੱਥੇ ਸੋਰਸ ਪਿੱਛੇ ਇੱਕੋ ਹੀ ਹੈਗਾ। ਅਗਰ ਮੈਂ ਤੁਹਾਡੀ ਗੁਫ਼ਤਗੂ ਤੇ ਧਿਆਨ ਕਰਾਂ ਤੇ ਮੈਨੂੰ ਲੱਗੇਗਾ ਜਿਵੇਂ ਮੈਂ ਇਸ਼ਫਾਕ ਅਹਿਮਦ ਦੀ ਗੁਫ਼ਤਗੂ ਸੁਣ ਰਿਹਾ। ਇਸ਼ਫਾਕ ਅਹਿਮਦ ਖੁਦ ਬੈਠੇ ਹੋਏ ਨੇ, ਤੇ ਉਹ ਸੂਫੀਆ ਦੇ ਸਿਲਸਿਲੇ ਚ ਨਾ ਫਕੀਰ ਦਾ ਇੱਕ ਸਿਲਸਿਲਾ ਹੁੰਦਾ, ਕਲੰਦਰੀ। ਉਹਦਾ ਜਿਸਮ ਕੋਈ ਨਹੀਂ ਹੁੰਦਾ, ਖੁਦਾ ਕਿਸੇ ਵੀ ਮਜ਼ਹਬ ਦੇ ਪੈਰੋਕਾਰ ਦੇ ਰੂਪ ਚ, ਕਿਸੇ ਵੀ ਜਾਨਦਾਰ ਦੇ ਰੂਪ ਚ ਇਨਸਾਨ ਨਾਲ ਹਮ ਕਲਾਮ ਹੋ ਸਕਦਾ ਹੈ। ਹੁਣ ਦੇਖਿਆ ਜਾਏ ਤੇ ਮੈਂ ਆਪਣੇ ਸਿੱਖ ਭਰਾ ਨਾਲ ਗੱਲ ਕਰ ਰਿਹਾ, ਬਟ ਅਗਰ ਮੈਂ ਉਸ ਕਨਸੈਪਟ ਨੂੰ ਜ਼ਿਹਨ ਚ ਰੱਖਾਂ ਤੇ ਕੋਈ ਪਤਾ ਨਹੀਂ ਹੁੰਦਾ ਕਿ ਪਿੱਛੇ ਬੋਲਣ ਵਾਲਾ ਕੌਣ ਹੈ। ਇਹ ਤੇ ਬਹੁਤ ਮਿਸਟੀਕਲ ਗੱਲ ਕੀਤੀ ਹੈ ਤੁਸੀਂ। ਤੇ ਉਹ ਇਹ ਕਹਿੰਦਾ ਸਾਡਾ ਤੇ ਆਪਾਂ ਨੂੰ ਕੋਈ ਪਤਾ ਨਹੀਂ ਕੌਣ ਬੁਲਾ ਰਿਹਾ ਆਪਾਂ। ਹਾਂ, तो ਕੋਈ ਪਤਾ ਨਹੀਂ ਹੁੰਦਾ ਰਾਬਤੇ ਕਿੰਨੇ ਬਣਾਉਣੇ ਹੁੰਦੇ ਨੇ, ਕੌਣ ਪਿੱਛੇ ਬੁਲਾਉਣ ਵਾਲਾ ਹੈ, ਕੌਣ ਪਿੱਛੇ ਹਰਕਤ ਦੇਣ ਵਾਲਾ ਹੈ। ਕਿਸੇ ਨੂੰ ਕੀ ਪਤਾ ਹੈ ਕਿ ਇਹ ਕਿਤਾਬ ਤੁਹਾਡੇ ਕੋਲੋਂ ਕਿਹਨੇ ਲਿਖਵਾਈ ਹੈ। ਦੇਖਣ ਵਾਲਿਆਂ ਨੇ ਤੇ ਦੇਖਿਆ ਨਾ, ਤੁਸੀਂ ਆਪਣੀ ਜ਼ਿੰਦਗੀ ਦਾ ਤਜਰਬਾ ਨਿਚੋੜ ਕਰਕੇ ਰੱਖ ਦਿੱਤਾ, ਬਟ ਕਈ ਲੋਕਾਂ ਦੀ 100 ਸਾਲ ਵੀ ਲੰਘ ਜਾਂਦੀ, ਉਹਨਾਂ ਨੂੰ ਪਤਾ ਨਹੀਂ ਲੱਗਦਾ ਉਹਨਾਂ ਨੂੰ ਹੋਇਆ ਕੀ। ਯੂ ਆਰ ਰਾਈਟ ਹੇਅਰ ਕਿ ਲਿਖਣ ਵੇਲੇ ਮੈਂ ਇਹੀ ਗੱਲ ਕਹਾਂਗਾ, ਅੰਗਰੇਜ਼ੀ ਦਾ ਇੱਕ ਸ਼ਬਦ ਹੈ possessed, ਦੂਸਰਾ ਸ਼ਬਦ ਹੈ ਸਪੈਲ। ਸਪੈਲ ਹੁੰਦਾ ਮੰਤਰ ਮੁਗਧ। ਮਤਲਬ ਜਦੋਂ ਲਿਖ ਰਹੇ ਹੋ ਤਾਂ ਤੁਸੀਂ ਆਪਣੇ ਆਪ ਚ ਨਹੀਂ ਹੁੰਦੇ। ਬਿਲਕੁਲ ਐਸੇ, ਬਿਲਕੁਲ ਐਸੇ। ਕਿਉਂਕਿ ਮੈਂ ਕਈ ਵਾਰ ਦੇਖਿਆ ਕਿ ਇੱਕ ਵਾਰੀ ਉਹ ਲਿਖਤਾ ਦੁਬਾਰਾ ਨਹੀਂ ਲਿਖਿਆ ਜਾ ਸਕਦਾ। ਕੋਈ ਚੀਜ਼ ਦੁਬਾਰਾ ਬਿਲਕੁਲ ਨਹੀਂ ਲਿਖਿਆ ਜਾ ਸਕਦੀ। ਮੇਰੀ ਐਪਿਕ ਸੀ ਸਿਟਨਿਕ ਅੰਪਾਇਰ, ਜਿਹੜੀ ਮੈਂ ਲਿਖ ਰਿਹਾ ਸੀ, ਤਾਂ ਮੇਰਾ ਨਾ ਲੈਪਟਾਪ ਚੋਰੀ ਹੋ ਗਿਆ। ਉਹਦੇ ਵਿੱਚ ਕਮ ਸੇ ਕਮ 150-200 ਪੇਜ ਲਿਖਿਆ ਹੋਇਆ ਸੀਗਾ। ਤੋ ਆਫਟਰ ਦੈਟ ਕੀ ਹੋਇਆ ਕਿ ਫਿਰ ਉਹ ਮੈਨੂੰ ਨਾ ਦੁਬਾਰਾ ਲਿਖਣਾ ਪਿਆ। ਸਾਰਾ, ਪਰ ਉਹ ਕੀ ਲਿਖਿਆ ਗਿਆ, ਕੀ ਰਹਿ ਗਿਆ, ਕੀ ਚਲਾ ਗਿਆ, ਇਸ ਚੀਜ਼ ਦਾ ਕੋਈ ਅੰਦਾਜ਼ਾ ਨਹੀਂ। ਐਸੇ ਨਹੀਂ, ਬਿਲਕੁਲ ਐਸੇ ਹੀ। ਨਵੇਂ ਸਿਰੋਂ ਹੀ ਲਿਖਿਆ ਫਿਰ ਉਸ ਤੋਂ ਬਾਅਦ। ਕਈ ਵਾਰੀ ਉਸ ਤਰ੍ਹਾਂ ਮੈਂ, ਹਾਂਜੀ ਪਲੀਜ਼। ਮੈਂ ਥੋੜੀ ਜਿਹੀ ਗੱਲ ਇਸ ਲਈ ਕੀਤੀ, ਮੈਂ ਕਿਉਂਕਿ ਖੁਦ ਵੀ ਇੱਕ ਨਕਮਾ ਜਿਹਾ ਆਥਰ ਹੈਗਾ, ਤੇ ਮੈਂ ਵੀ ਥੋੜਾ ਜਿਹੀ ਕਿਤਾਬਾਂ ਸ਼ਾਬਾਂ ਲਿਖਿਆ, ਤੇ ਮੈਂ ਜਦੋਂ ਲਿਖਣ ਦੀ ਗੱਲ ਆਉਂਦੀ ਹੈ ਨਾ, ਜਦੋਂ ਬੰਦਾ ਗੁੰਮ ਹੋ ਜਾਏ ਨਾ, ਤੇ ਨਾ ਕਲਮ ਆਪਣੇ ਇਖਤਿਆਰ ਚ ਹੁੰਦਾ, ਨਾ ਦਿਮਾਗ ਆਪਣੇ ਇਖਤਿਆਰ ਚ ਹੁੰਦਾ, ਹਾਲਤ ਕੁਰਬਤ ਚ ਹੋ ਜਾਂਦਾ, ਬੰਦਾ ਕਿਸੇ ਦੀ ਸੁਹਬਤ ਚ ਚਲਾ ਜਾਂਦਾ, ਤੇ ਦਰਵਾਜ਼ੇ ਬੰਦ ਹੋ ਜਾਂਦੇ ਨੇ। ਫਿਰ ਬੰਦਾ ਜਦੋਂ ਬਾਹਰ ਆਉਂਦਾ, ਫਿਰ ਉਹਨੂੰ ਨਹੀਂ ਪਤਾ ਹੁੰਦਾ ਕਿ ਉਹ ਕਿੰਦੇ ਕੋਲ ਗਿਆ ਸੀ, ਕੀ ਲਿਖਿਆ ਸੀ, ਕੀ ਬੋਲਿਆ ਸੀ, ਕੀ ਹੁੰਦਾ ਸੀ। ਇਹ ਸਾਰੇ ਮਿਸਟੀਕਲ ਹੈ, ਨੇ ਸਾਰੇ ਤਜਰਬੇ। ਤੇ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਮੈਂ ਚੁੱਕੇ ਕਹਿ ਸਕਣਾ ਕਿ ਮੇਰੇ ਬੋਲਣ ਚ ਕੋਈ ਉੱਪਰ ਨੀਚੇ ਕੋਈ ਚੀਜ਼ ਹੋ ਗਈ ਹੋਵੇ ਤੇ ਪੇਸ਼ਗੀ ਮਾਜ਼ਰਤ। ਤੇ ਜਦੋਂ ਤੁਸੀਂ ਤਸ਼ਰੀਫ ਲਿਆਓਗੇ ਤੇ ਚਾਹੇ ਅਸੀਂ ਇਕੱਠੀ ਪੀਵਾਂਗੇ, ਤੇ ਜੇ ਤੁਹਾਡੇ ਆਉਣ ਤੋਂ ਪਹਿਲੇ ਮੈਂ ਉੱਥੇ ਆ ਗਿਆ ਤੇ ਮੈਂ ਖਾਣਾ ਖਾਵਾਂਗਾ। ਯੂ ਆਰ ਵੈਲਕਮ। ਡਾਕਟਰ ਸਾਹਿਬ ਨੂੰ ਵੀ ਲਿਆਓ, ਜਾਫਰੀ ਸਾਹਿਬ ਨੂੰ। ਜਾਫਰੀ, ਮੈਂ ਉਹਨਾਂ ਦੇ ਨਾਲ ਹੀ ਆਵਾਂਗਾ। ਮੈਂ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਅਦਾ ਕਰਦਾ, ਔਰ ਆਜ਼ਾਦ ਫਾਊਂਡੇਸ਼ਨ ਦੀ ਤਰਫੋਂ ਵੀ, ਔਰ ਵਰਲਡ ਲਿਟਰੇਚਰ ਇੰਡੀਆ ਦੀ ਤਰਫੋਂ, ਕਿ ਤੁਸੀਂ ਇਤਨਾ ਸਾਨੂੰ ਸਮਾਂ, ਬਹੁਤ ਹੀ ਕੀਮਤੀ ਵਕਤ ਹੈ ਜਿਹੜਾ ਤੁਸੀਂ ਸਾਨੂੰ ਦਿੱਤਾ, ਔਰ ਆਪਣੀ ਜੋ ਆਡੀਅנס ਹੈ ਉਹਦੇ ਮੁਖਾਤਿਬ ਕਰਵਾਇਆ। ਮੈਂ ਸਾਰੇ ਜਿਤਨੇ ਵੀ ਪਾਕਿਸਤਾਨੀ ਭਰਾ, ਦੂਰ ਨੇੜਿਓਂ ਭਾਈਚਾਰਾ ਸਾਡਾ ਜੋ ਵੀ ਦੇਖ ਰਿਹਾ ਹੈ, ਲਿਟਰੇਰੀ ਬਰਾਦਰੀ, ਸਾਰਿਆਂ ਦਾ ਧੰਨਵਾਦ ਕਰਦਾ, ਔਰ ਉਮੀਦ ਕਰਦਾ ਕਿ ਸਾਡੀਆਂ ਜੋ ਗੱਲਾਂ ਹਨ ਉਹ ਅੱਛੀਆਂ ਲੱਗਣਗੀਆਂ। ਤੇ ਅਗਰ ਕੋਈ ਹੋਰ ਵੀ ਆਪਾਂ ਡਾਇਲੋਗ ਕਰਨਾ ਹੈ ਤਾਂ ਮੈਂ ਤੁਹਾਨੂੰ, ਕੋਈ ਮੇਰਾ ਈਮੇਲ ਵਗੈਰਾ ਤੁਹਾਡੇ ਕੋਲ ਹੈ? ਜੀ ਬਿਲਕੁਲ, ਬਿਲਕੁਲ ਜਾਏਗਾ ਤਾਂ ਦੇ ਕੈਨ ਟਾਕ ਟੂ ਮੀ। ਬਾਕੀ ਮੇਰੀ ਕਿਤਾਬਾਂ Amazon ਤੇ ਨੇ, ਗੂਗਲ ਤੇ ਨਾਮ ਲਿਖੋਗੇ ਯੂ ਵਿਲ ਫਾਈਂਡ ਮੈਨੀ ਬੁੱਕਸ। ਜੀ ਲਵਲੀ, ਇਨਸ਼ਾਅੱਲਾ। ਮੈਂ ਆਪਣੇ ਇਸ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਤੁਹਾਡੇ ਜਿੰਨੇ ਵੀ ਸੋਸ਼ਲ ਮੀਡੀਆ ਦੇ ਰਾਬਤੇ ਨੇ ਉਹ ਸਾਰੇ ਮੈਂ ਲਿਖ ਦਿਆਂਗਾ।
ਤੁਹਾਡਾ ਤਾਰਫ ਵੀ ਆ ਜਾਏਗਾ। ਤੁਹਾਡੀ ਪੋਇਟਰੀ ਸੁਸਾਇਟੀ ਜਿਹੜੀ ਔਰ ਆਜ਼ਾਦ ਫਾਊਂਡੇਸ਼ਨ ਹੈ, ਉਹਨਾਂ ਦੇ ਜਿੰਨੇ ਵੀ ਮੈਂਬਰ ਨੇ, ਜਿਹੜੇ ਵੀ ਤੁਹਾਡੇ ਨਾਲ ਕੰਮ ਕਰ ਰਹੇ ਨੇ, ਉਹਨਾਂ ਨੂੰ ਮੇਰੀ ਤਰਫੋਂ ਬਹੁਤ ਬਹੁਤ ਸਲਾਮ ਹੋਏ। ਇਸ ਗੱਲ ਦਾ ਵੀ ਸਲਾਮ ਕਿ ਤੁਸੀਂ ਉਹਨਾਂ ਦੇ ਵਿੱਚ ਹੈਗੇ ਹੋ। ਥੈਂਕ ਯੂ ਸੋ ਮਚ। ਤੁਸੀਂ ਕਿਤੇ ਕਰੀਬ ਹੁੰਦੇ ਤਾਂ ਤੁਹਾਨੂੰ ਕਿਡਨੈਪ ਕਰਕੇ ਇੱਧਰ ਲੈਣਾ ਸੀ ਮੈਂ। ਤੁਹਾਨੂੰ ਹੁਣ ਦੂਰ ਲੱਗਦੇ ਆ। ਬਚ ਕੇ ਦੂਰ ਰਹਿੰਦੀ ਮੈਨੂੰ। ਬਹੁਤ ਅੱਛਾ ਲੱਗਾ ਡਾਕਟਰ ਸਾਹਿਬ, ਤੁਸੀਂ ਜਿਸ ਤਰੀਕੇ ਨਾਲ ਇਹ ਸਾਰਾ ਕੰਡਕਟ ਕੀਤਾ, ਇਟ ਇਜ਼ ਐਗਜ਼ੈਂਪਲਰ। ਮੈਂ ਤੁਹਾਨੂੰ ਪਹਿਲੇ ਕਿਹਾ ਸੀ ਨਾ ਕਿ ਮੈਂ ਇਹ ਘਰ ਵਾਲੀ, ਅਸੀਂ ਚਾਰਪਾਈ ਤੇ ਬੈਠੇ ਹੋਏ ਆ, ਦੂਰ ਬੈਠੇ ਹੋਏ, ਤੇ ਦੋਵਾਂ ਭਰਾਵਾਂ ਨੇ ਆਪਸ ਵਿੱਚ ਗੱਲ ਕੀਤੀ ਤੇ ਅੱਲਾਹ ਪਾਕ ਨੇ ਬਰਕਤ ਪਾ ਦਿੱਤੀ। ਤੇ ਇਨਸ਼ਾਅੱਲਾ ਦੁਬਾਰਾ ਫਿਰ ਕਿਸੇ ਐਪੀਸੋਡ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ। ਇਜਾਜ਼ਤ ਹੈ? ਕੁਝ ਦਿਖਾਣਾ ਚਾਹੀਏ? ਜੀ ਜੀ। ਕਿਤਾਬ ਹੈ ਪੰਜਾਬੀ 'ਚ, ਪ੍ਰੋਫੈਸਰ ਬ੍ਰਹਮ ਜਗਦੀਸ਼ ਨੇ, ਜਿਹੜੇ ਬਹੁਤ ਮਸ਼ਹੂਰ ਕ੍ਰਿਟਿਕ ਨੇ ਪੰਜਾਬ ਦੇ। ਅੱਛਾ। ਉਹਨਾਂ ਨੇ ਮੇਰਾ ਜਿਹੜਾ ਵਰਕ ਹੈ ਸਾਰਾ, ਉਹਦੇ ਉੱਤੇ ਕਿਤਾਬ ਲਿਖੀ ਹੈ, ਦ ਸਿਮੈਂਟਿਕ ਯੂਨੀਵਰਸ ਆਫ ਡਾਕਟਰ ਜੇ.ਐਸ. ਆਨੰਦ। ਅੱਛਾ, ਲਵਲੀ, ਮਾਸ਼ਾਅੱਲਾ। ਉਹ ਸਿਮੈਂਟਿਕ ਯੂਨੀਵਰਸ, ਵਾਓ। ਕਾਫੀ ਮਿਹਨਤ ਕੀਤੀ ਉਹਨਾਂ ਨੇ, 200 ਪੇਜ ਦੀ ਕਿਤਾਬ ਹੈਗੀ ਹੈ। ਡਾਕਟਰ ਸਾਹਿਬ, ਮੈਂ ਇੱਕ ਗੱਲ ਪੁੱਛਣੀ ਭੁੱਲ ਗਿਆ, ਤੁਸੀਂ ਇੰਨੀਆਂ ਕਿਤਾਬਾਂ ਦਿਖਾਈਆਂ ਨੇ ਤੇ ਤੁਸੀਂ ਮੈਰਿਡ ਹੋ? ਹੁਣ ਇਸ ਉਮਰ 'ਚ ਪੁੱਛਣਾ ਤੇ ਨਹੀਂ ਬਣਦਾ, ਬਟ ਫਿਰ ਵੀ ਮੈਂ ਕਿਹਾ ਪੁੱਛ ਲਵਾਂ। Yes, yes, I am married, और मेरी वाइफ मेरे नाल ही ने। She was also principal of a college, डॉक्टरेट ने पंजाबी दे। अच्छा, माशाल्लाह। बच्चे मेरे, one of them, my son is professor of English। अभी इस टाइम ते नाल ही ने ताड़े? हाँ, इस वेले बेटा बाहर गया है, तो मेरी वाइफ है, she is not keeping well, काफी बीमार चल रहे ने। अल्लाह ताला से तंदुरुस्ती देवे। ਤੇ ਬਸ ਇਹ ਸਵਾਲ ਆਖਰੀ ਪੁੱਛਣਾ ਸੀ ਕਿ ਤੁਸੀਂ ਇੰਨਾ ਕੁਝ ਕੰਮ ਕੀਤਾ ਹੈ, ਗੱਲਾਂ ਤੁਸੀਂ ਇੰਨੀਆਂ ਚੰਗੀਆਂ ਚੰਗੀਆਂ ਕਰਦੇ ਹੋ, ਤੇ ਤੁਹਾਨੂੰ ਜ਼ਿਆਦਾ ਨਜ਼ਰ ਭਾਬੀ ਦੀ ਲੱਗਦੀ ਹੈ ਜਾਂ ਬਾਹਰ ਦੀ ਖਵਾਤੀਨ ਦੀ ਲੱਗਦੀ ਹੈ? ਕਈ ਸਵਾਲ ਐਸੇ ਹੁੰਦੇ ਆ ਜਿਨ੍ਹਾਂ ਦੇ ਜਵਾਬ ਨਹੀਂ ਹੁੰਦੇ। ਬਸ ਸਮਝ ਆ ਮੈਂ। ਚਲੋ ਇਨਸ਼ਾਅੱਲਾ ਫਿਰ ਤੁਹਾਡੇ ਨਾਲ ਮੇਰੇ ਐਡਮਾਇਰਰ ਬਹੁਤ ਨੇ ਜੀ। ਅੱਛਾ ਅੱਛਾ। ਪਰਮਾਤਮਾ ਦੀ ਬੜੀ ਮਿਹਰ ਹੈ। ਜਿਹੜੇ ਮੇਰੇ ਕੰਟੈਂਪਰੇਰੀ ਪੋਇਟਸ ਨੇ, ਉਹਨਾਂ ਤੋਂ ਮੈਨੂੰ ਰੱਜ ਕੇ ਹੀ ਐਪਰੀਸੀਏਸ਼ਨ, ਅੰਡਰਸਟੈਂਡਿੰਗ, ਪਿਆਰ ਮਿਲਿਆ ਹੈਗਾ। ਮਾਸ਼ਾਅੱਲਾ ਮਾਸ਼ਾਅੱਲਾ। ਡਾਕਟਰ ਮਾਇਆ ਵੀ ਹੈ, ਹੋਰ ਵੀ ਡਾਕਟਰ ਬਜਰਾਮ ਹੈਗੇ ਆ ਸਤਿਆ ਤੋਂ, ਡਾਕਟਰ ਵਾਸੁਦੇਵ ਚੱਕਰਵਰਤੀ, ਬਹੁਤ ਸਾਰੇ ਮੇਰੇ ਮਿੱਤਰ ਨੇ। ਮੇਰੇ ਕੋਲ ਘੱਟੋ ਘੱਟ ਨਹੀਂ ਤਾਂ 40-50 ਐਸੇ ਫਰੈਂਡਸ ਦਾ ਗਰੁੱਪ ਹੈਗਾ। We are working together। ਇਹ ਉਹਨੇ ਜਿਨ੍ਹਾਂ ਦਾ ਤੁਹਾਨੂੰ ਪਤਾ, ਤੁਸੀਂ you will, ਹਾਂਜੀ, ਇਹ ਉਹਨੇ ਜਿਨ੍ਹਾਂ ਦਾ ਤੁਹਾਨੂੰ ਪਤਾ ਹੈ ਜਾਂ ਜਿਨ੍ਹਾਂ ਦਾ ਤੁਸੀਂ ਲੋਕਾਂ ਨੂੰ ਦੱਸਿਆ ਹੋਇਆ ਹੈ? ਹਾਂ, ਦੇਖੋ ਹੁਣ ਤੁਸੀਂ, ਮੈਂ 1 ਮਿੰਟ ਲੈਣਾ ਤੁਹਾਡਾ ਡਾਕਟਰ ਸਾਹਿਬ। ਇਹ ਮੇਰੀਆਂ ਨਾ ਉਹ ਕਿਤਾਬਾਂ ਨੇ ਜਿਹੜੀਆਂ ਇੰਟਰਨੈਸ਼ਨਲ ਪੋਇਟਸ ਦੇ ਨਾਲ ਨੇ। ਤੁਸੀਂ ਸ਼ਰਾਰਤ ਤੇ ਉੱਤੇ ਆਏ ਹੋ। ਨਾਈਜੀਰੀਅਨ ਪੋਇਟ ਨੇ ਮਿਸਟਰ ਮਿਸਰੀ, ਉਹਦੇ ਨਾਲ ਮੇਰੀ ਕਿਤਾਬ। ਇਹ ਡਾਕਟਰ ਮਾਇਆ ਦੇ ਨਾਲ ਹੈ। ਅੱਛਾ। ਡਾਕਟਰ ਮਾਇਆ ਹੈਰੂਨ ਸੈਕਲਿਕ, ਇੱਕ ਪੋਇਮ ਉਹਨਾਂ ਦੀ, ਇੱਕ ਮੇਰੀ ਇਹਦੇ ਵਿੱਚ। ਅੱਛਾ, ਡਾਕਟਰ ਮਾਇਆ ਦਾ ਨਾਮ ਮੈਂ ਗਲਤ ਲੈ ਗਿਆ, ਮੈਂ ਮਾਜ਼ਰਤ ਚਾਹਨਾ। ਡਾਕਟਰ ਮਾਇਆ ਇੰਡੀਆ 'ਚ ਨੇ, ਕਿੱਥੇ ਨੇ? ਨਹੀਂ, ਸ਼ੀ ਇਜ਼ ਫਰਮ ਸਰਬੀਆ। ਉਹ ਐਕਚੁਅਲੀ ਇਜ਼ ਅ ਫੁਲਬ੍ਰਾਈਟ ਸਕਾਲਰ, ਔਰ ਯੂਐਸਏ ਦੇ ਵਿੱਚ ਹੀ ਰਹੇ ਨੇ ਜ਼ਿਆਦਾ ਦੇਰ। ਅੱਛਾ ਅੱਛਾ, ਲਵਲੀ, ਠੀਕ ਹੈ। ਇਹ ਮਾਰੀਆ ਮਿਰਾਗਲੀਆ ਇਟਲੀ ਦੇ ਹੈਗੇ ਆ, ਇਹਨਾਂ ਦੇ ਨਾਲ ਮੇਰੀ ਪੋਇਟਰੀ ਹੈ, ਇਟਾਲੀਅਨ ਦੇ ਵਿੱਚ। ਇਹ ਪੋਇਟਿਕ ਪੈਸ਼ਨਸ ਕਿਤਾਬ ਹੈ, ਜਿਹੜੀ ਹਾਨਾ ਸਿਸ਼ਨੀ, ਇਹ ਇੱਕ ਲੈਬਨੀਜ਼ ਪੋਇਟਸ ਹੈ। She has translated it into Arabic. Wow. Then this book is The Broken Narrative. ਇਹ ਮੇਰਾ ਨਾਵਲ ਹੈ, which has been translated into Persian. Wow. आपने अभी देखी है। This book is The Indifferent Fate. It has been translated into French by Marjeta Chatro Rarapaz. She is an Albanian poet. Wow. This is a work, The Tempted Species. ਇਹਦੇ ਵਿੱਚ ਇੱਕ ਪੋਇਟ ਹੈਗੇ ਆ ਅਲਬਾਨੀਆ ਦੇ, ਡਾਕਟਰ ਐਲਬਰਟ ਵਲਾਸ਼ ਨਿਕੋਲਾ। ਉਹਨਾਂ ਦੀ ਵੀ ਮੇਰੇ ਨਾਲ ਹੈ, ਮੇਰੀ ਕਿਤਾਬ ਹੈ, ਸਾਡੀ ਦੋਵਾਂ ਦੀ ਜੁਆਇੰਟ ਵਰਕ ਹੈ। ਲਵਲੀ। ਦਿਸ ਇਜ਼ ਦ ਟ੍ਰੈਜਿਕ ਫਲਾ। ਇਹਦੇ ਵਿੱਚ ਰੋਮਾਨੀਆ ਦੀ ਇੱਕ ਪੋਇਟਸ ਹੈ, ਡਾਕਟਰ ਡੇਨੀਅਲਾ ਮੈਰੀਅਨ। ਉਹਨਾਂ ਦੀ ਪੋਇਟਰੀ, ਮੇਰੀ ਪੋਇਟਰੀ ਇਕੱਠੀ ਹੈ। ਸੋ ਦਿਸ ਇਜ਼ ਦ ਇਨਕ੍ਰੈਡੀਬਲ ਟੈਨੈਂਟ। ਇਹ ਡਾਕਟਰ ਰਹੀਮ ਕਰੀਮ ਹੈਗੇ ਆ, ਹੀ ਇਜ਼ ਫਰੋਮ ਕਿਰਗਿਸਤਾਨ। ਇਹਨਾਂ ਦੇ ਨਾਲ ਹੈ। This is a poetry of Dr. Roth from Poland.
हाँ, lovely. ठीक है. This is Indo-New Zealand poetic encomium. Mr. Dr. Leslie Bush. He's a New Zealand poet. Lovely. We are together. And this is a metaphysics, a mirror to mysticism. This is by Hela Takali, and she has compared three persons: John Donne, Rumi, and myself, my poetry. MashaAllah. Then this was with George Onsey. He is he's from Egypt. He's an Egyptian poet. Lovely. This is a work in which I am with the Tunisian poets. Wow, lovely. I'm with an Indian poet, Dr. Lashmi Sharif Banerjee. Wow, when elements. Wow, lovely. And this was pan-Indian poetry in English, spanning first 2 decades of 21st century. Wow. There are 51 poets. This is in collaboration with Dr. Vasudev Chakravarti. His comment you read today, I think I sent you. Ji, bilkul. This was a book, The Difficult Times. It is an anthology. It was edited by Dr. Praneeth Jaggi with me. It was an anthology which was written during COVID period. Oh. This is a book of love poems with Dr. K.C. Sethi. So and the title bada changa. The surprising thing is he asked me to write 50 poems on love. I said I can't write it. It's very difficult. So this work is, you see, it is by Rohaya Farsi. Rohaya Farsi is a professor of English from Nishabur University, Iran. Wow, okay. He has written this book, J.S. Anand's Theory of Biotext. I have written a theory also of biotext. Lovely. And she has written at least 20 articles on my books. Wow. This was a novel which I wrote, Home, Family, Marriage. It discusses, Dr. Maya often tells me that your writing is subversive. Subversive. And I always, think out of the cuff and unconventional thinking. This is smoke. So there are 50 books. You say this was a plague. It was a epic. Mahabharat. This was an epic. The Master. This was an epic. This is on the Prophet. Okay. Prophet. Then this is Satanic Empire. It is Dante's Divine Comedy. Oh, okay, lovely. Sequel. Then this is Geet. It is again an epic. It is a sequel to Milton's Paradise Lost. Wow, lovely. There is Chaucer's, we know, Canterbury Tales. This is Canterbury Tales. It was as tales like him as he had done. So, title the wording design ਕਰਨ ਦਾ ਵੀ ਮਾਸ਼ਾਅੱਲਾ ਕਾਫੀ ਸ਼ਾਨਦਾਰ ਫਨ ਹੈ. ਤੁਸੀਂ ਵੋਕੈਬਲਰੀ ਨਾਲ ਬੜਾ ਅੱਛਾ ਖੇਲ ਲੈਂਦੇ ਹੋ ਕਹਿੰਦੇ ਨਾ. Actually, when we are for a long time in your job, we start playing with it. ਮੈਂ ਪਲੇ ਦਾ ਲਫ਼ਜ਼ ਇਸ ਲਈ ਬੋਲਿਆ ਕਿ ਵੋਕੈਬਲਰੀ ਦੇ ਨਾਲ ਨਾ ਇਹਨੂੰ ਵੋਕੈਬਲਰੀ ਨੂੰ ਸਹੀ ਜਗ੍ਹਾ ਤੇ ਲਿਆ ਕੇ ਉਹਨੂੰ ਕਨਸੈਪਟ ਦੇ ਨਾਲ ਅਟੈਚ ਕਰਨਾ, ਜਿੰਨੀ ਦੇਰ ਤੱਕ ਬੰਦੇ ਦਾ ਕੌਨਸ਼ੀਅਸ ਲੈਵਲ ਬੜਾ ਹਾਈ ਤੇ ਕਲੀਅਰ ਨਾ ਹੋਵੇ ਉਹ ਮੁਮਕਿਨ ਨਹੀਂ ਹੈ, ਲਫ਼ਜ਼ ਹੱਥ ਨਹੀਂ ਆਉਂਦੇ. You are right. ਇਹ 10 ਕਿਤਾਬਾਂ ਹੋਰ ਪਈਆਂ ਨੇ. ਦਿਖਾ ਦਿਓ ਜਿਹੜੀਆਂ ਸਕਿਆ ਲੋ ਟਾਈਮ ਆਪਣੇ ਕੋਲ ਦਿਖਾਓ ਸੀ. Thank you. This is Fighting the Flames. Poetry. This is The Lost Rhythm. This is A Million Destinies. ਇਹਨਾਂ ਦੇ ਟਾਈਟਲ ਵੀ ਬੜੇ ਅਟਰੈਕਟਿਵ ਨੇ, ਮੈਂ ਦੇਖਿਆ ਕਲਰਫੁਲ ਔਰ ਫੌਂਟ ਜਿਹੜਾ ਡਿਜ਼ਾਈਨ ਕੀਤਾ ਹੈ ਔਰ ਨਾਲ disturbing factor. It is a novel. This is on living relationships. Okay, lovely. These are some poets, masters of creative impulse. These poets
I was one of them. This is Yes, I Contradict Myself. Wow, beautiful. This is my most philosophical poetry book, Hmm. The Festival of Fire. The Festival of Fire. Yes. Okay. No Man's Land. Poems. Here is The Reluctant Dawn. Lovely. And The Voices from the Void. Voices from the Void. Oh, The Legacy of Errors. You know, to err is human. Legacy of Errors. And this is in second edition, Confessions of a Corpse. Wow. This is a book of short stories. Okay. This is my book, The Fall of the First Empire. It is a long story, one long poem. Okay. Originally, it was written of 365 lines. Actually, this is about the fall of the first empire, means the fall of the forests, the fall of the jungles, the fall of the animals. Oh, okay. Okay. Because God, that was the first empire, and man was the second person. But man has acquired the position, displaced them. So this is the book about fall of the first empire. This is Impulse. Poetry book. This is The Dark Forest, another poetry book. Wow. Cosmic Poetry Anthology. This is a very good book. Volume 2 is coming up. This is my novel, Broken Narrative, which has been translated into Persian. I want to tell you, sir, that University of Nishabur has started a research project on my poetry. Wow, lovely. You see this cosmic. Follow. This was a book of 16 articles written on my work. It is called Companion, Vishwa Bharati Companion. Okay. This is a book, The Creative Vision of Dr. Jarnail Singh Anand. Then this is Poetic Manifesto. Wow, lovely. So this was a book I did, The New Perspectives in English Proverbs. English Proverbs पर क्या क्या उसको मुहावरों को मैंने उनको मॉडिफाई किया है. ओके, ठीक है, लवली, ठीक है. इट्स अनदर क्रिएटिव वर्क ना. एक है बार्किंग डॉग्स सेल्डम बाइट. हाँ जी. तो मैंने उसको रिवर्स किया है, बाइटिंग डॉग्स सेल्डम बार्क. हाँ जी, ठीक है. बहुत कुछ है. तो ये एक बहुत इंपॉर्टेंट वर्क है. आई विल फिनिश विद इट. 21st century critical thought. ठीक है. ये इस बुक में 4 छापी है, ये वॉल्यूम्स में है. इसमें जो हमारे इंपॉर्टेंट पोइट्स हैं उनकी इंटरव्यू है. आई हैव इंटरव्यूड इन दिस बुक्स एंड दिस इज पोस्ट मॉडर्न वॉइसेस. इसके 7 वॉल्यूम्स आ चुके हैं, जिसमें हमने 6 7 करके कम से कम 60-70 पोइट्स, वर्ल्ड पोइट्स को इंट्रोड्यूस किया. ओह लवली. So, और भी कुछ होगा तो पढ़ा रहेगा. ये हार्ट टॉक मैंने आपको बता दी थी, जो पंजाबी की किताब सच ते कच, अगर पंजाबी देखने वाले पढ़ रहे हैं तो मैं इसमें से आपको अगर चाहें तो 1-2 लाइनें पढ़ देता हूँ. जी बिल्कुल. तो ये भी सारी फिलोसफिकल है और स्पिरिचुअल भी है. गल टुरन दी छड़वे सजना, वाह. असा ना किधरे जाना. वाह. गल टुरन दी छड़वे सजना, असा ना किधरे जाना. ना साडे पैरी पंध लमेरे, ना कोई दूर टिकाना. वाह. रुसिया यार मनावण तुरिया, रंगो रंग रकाना. जिन्ने भी धर्म ने, अड ने रंगो रंग रकाना अपने यार नूं मनाण चलियां ने. ठीक है ना. ठीक है. रुसिया यार मनावण तुरिया, रंगो रंग रकाना. असा तां दिल दे विच वसाया, ਮਹੀਵਾਲ ਦਾ ਥਾਣਾ. ਮਹੀਵਾਲ ਦਾ ਥਾਣਾ ਇੱਥੇ ਕਿਤੇ ਜਾਣ ਦੀ ਜ਼ਰੂਰਤ ਨਹੀਂ. ਗੱਲ ਉਹੀ ਆ ਕਿ ਗੁੱਲੇ ਵਾਲੀ. हाँ बिल्कुल ऐसे ही है, बिल्कुल ऐसे ही है.
ਤੇ ਮਾਸ਼ਾਅੱਲਾ ਬਹੁਤ ਮਜ਼ਾ ਆਇਆ ਜੀ। ਮੈਂ ਸੋਚ ਰਿਹਾ ਸੀ ਕਿ ਹੁਣ ਇੱਕ ਹੋਰ ਕੋਈ ਕਿਤਾਬ ਲਿਖੋ, ਤੇ ਉਹ ਟਾਈਟਲ ਤੁਸੀਂ ਗੁਫ਼ਤਗੂ ਚ ਬੋਲਿਆ ਤੇ ਮੈਨੂੰ ਹਾਲੇ ਤੱਕ ਯਾਦ ਹੈ, ਫਲੋ ਆਫ ਲਾਈਫ। ਬੜਾ ਸ਼ਾਨਦਾਰ ਜੁਮਲਾ। ਤੇ ਤੁਸੀਂ ਨਾ, ਜਾਂ ਤੁਹਾਡੇ ਤੋਂ ਪਹਿਲੇ ਮੈਂ ਲਿਖ ਲਈ ਤੇ ਫਿਰ ਮੈਂ ਲੈ ਲਾਂਗਾ, ਨਹੀਂ ਤਾਂ ਤੁਸੀਂ ਲੈ ਲੈਣਾ। कोई गल नहीं। ਤੇ ਇਨਸ਼ਾਅੱਲਾ ਥੈਂਕ ਯੂ ਸੋ ਮਚ, ਬਹੁਤ ਮਜ਼ਾ ਆਇਆ ਮੈਨੂੰ ਤੇ। ਔਰ ਇਨਸ਼ਾਅੱਲਾ ਅਗਰ ਅੱਲਾਹ ਤਾਲਾ ਨੇ ਮੌਕਾ ਰੱਖਿਆ ਤੇ ਤੁਹਾਨੂੰ ਪਾਕਿਸਤਾਨ ਚ ਵੈਲਕਮ ਕਰਨਾ ਹੈ। ਤੇ ਜਦੋਂ ਵੀ ਬਾਬਾ ਗੁਰੂ ਨਾਨਕ ਦੀ ਤਰਫੋਂ ਤੁਹਾਨੂੰ ਦਾਵਤ ਆ ਗਈ ਤੇ ਅਸਬਾਬ ਤੇ ਸਿਲਸਿਲਾ ਤੇ ਇੰਤਜ਼ਾਮਾਂ ਸਾਰਾ ਕੁਝ ਆਪਣੇ ਆਪ ਹੀ ਹੋ ਜਾਣਾ। ਤੇ ਅਸੀਂ ਦੁਆ ਕਰਨਾ ਜੀ। ਡਾਕਟਰ ਸਾਹਿਬ ਅਸੀਂ 2 3 4 ਪੋਇਟਰੀ ਕਾਨਫਰੰਸਸ ਕਰ ਚੁੱਕੇ ਹਾਂ। ਅੱਛਾ ਠੀਕ ਹੈ। ਅਸੀਂ ਅਕਤੂਬਰ ਦੇ ਵਿੱਚ ਸਾਡਾ ਖਿਆਲ ਹੈਗਾ, ਅਗਰ ਕੀਤਾ ਤਾਂ ਅਸੀਂ ਤੁਹਾਨੂੰ ਇਨਵਾਈਟ ਕਰਾਂਗੇ ਤੇ ਡਾਕਟਰ ਜਾਫਰੀ ਨੂੰ ਵੀ ਬੁਲਾਵਾਂਗੇ। ਜੀ ਜੀ। ਮੈਨੂੰ ਸ਼ਾਇਰੀ ਨਹੀਂ ਆਉਂਦੀ, ਮਗਰ ਮੈਂ ਸੁਣਨ ਦਾ ਸ਼ੌਕ ਹੈ। ਚਲੋ ਚੱਕਰ ਲਗਾ ਜਿਓ, ਆਪਾਂ ਤੁਹਾਨੂੰ। ਮੈਂ ਨਸਰ ਦਾ ਸ਼ਾਇਰ ਹਾਂ, ਨਸਰ ਦੇ ਵਿੱਚ ਗੱਲ ਕਰਨਾ। ਮਗਰ ਮੈਂ ਕੋਸ਼ਿਸ਼ ਕਰਾਂਗਾ ਹੁਣ, ਕਿਉਂਕਿ ਸ਼ਾਇਰੀ ਦਾ ਜ਼ੌਕ ਹੈ ਤੇ ਕੁਝ ਸਿੱਖ ਵੀ ਲਈਏ ਸ਼ਾਇਰੀ ਦੇ, ਕਿਉਂਕਿ ਜੋ ਬਾਜ਼ ਕਾਤ ਸ਼ਾਇਰੀ ਦਾ ਇੱਕ ਆਪਣਾ ਮਜ਼ਾ ਹੁੰਦਾ ਹੈ ਅਸ਼ਾਰ ਦਾ ਨਾ, ਤੇ ਉਹਦਾ ਨੇਮੁਲ ਬਦਲ ਨਸਰ ਨਹੀਂ ਹੈ। ਜੋ ਮਜ਼ਾ ਸ਼ਾਇਰੀ ਚ ਹੈ ਨਾ, ਉਹ ਦਿਲ ਦੀਆਂ ਗੱਲਾਂ ਸ਼ੇਰਾਂ ਚ ਸਮਝ ਆਉਂਦੀਆਂ। ਨਸਰ ਹੁੰਦੀ ਹੈ ਦਿਮਾਗ ਲਈ ਤੇ ਸ਼ਾਇਰੀ ਹੁੰਦੀ ਹੈ ਦਿਲ ਲਈ, ਤੇ ਉਹ ਦਿਲ ਜ਼ਿੰਦਾ ਹੋਏ ਤੇ ਬੰਦਾ ਕੰਮ ਗੁਜ਼ਾਰਾ ਕਰ ਲੈਂਦਾ ਹੈ। ਠੀਕ ਹੈ ਜੀ, ਥੈਂਕ ਯੂ ਸੋ ਮਚ। तो थैंक यू सो मच जी, बहुत बहुत शुक्रिया। तो इंशाल्लाह ताला मुलाकात रहेगी इंशाल्लाह ਤੁਹਾਡੇ ਨਾਲ, ਤੇ ਫਿਰ ਕਿਸੇ ਹੋਰ ਹਾਜ਼ਰ ਹੋਣੇ ਆ। ਬਹੁਤ ਬਹੁਤ शुक्रिया, अल्लाह हाफिज, थैंक यू। आपका बहुत शुक्रिया जी, धन्यवाद सारी ऑडियंस का, थैंक यू सो मच, बहुत शुक्रिया।